ਵਾਹਿਗੁਰੂ ਸਾਹਿਬ ਜੀ। ਚਤਰ ਸਿਆਣਾ ਸੁਗੜ ਸੋਏ, ਜਿਨ ਤਜਿਆ ਅਭਿਮਾਨ। ਚਾਰ ਪਦਾਰਥ ਅਸ਼ਟ ਸਿਧ, ਭਜ ਨਾਨਕ ਹਰ ਨਾਮ। ਪੌੜੀ। ਚਤੁਰਥ ਚਾਰੇ ਵੇਦ ਸੁਣ, ਸੋਧਿਓ ਤਤ ਵਿਚਾਰ। ਸਰਬ ਖੇਮ ਕਲਿਆਣ ਨਿਧ, ਰਾਮ ਨਾਮ ਜਪ ਸਾਰ। ਨਰਕ ਨਿਵਾਰੈ ਦੁਖ ਹਰੈ, ਟੂਟੈ ਅਨਕ ਕਲੇਸ਼। ਨੀਚ ਹੁਟੈ ਜਮ ਤੇ ਛੁਟੈ, ਹਰ ਕੀਰਤਨ ਪਰਵੇਸ਼। ਭਾਉ ਬਿਨਸੈ ਅੰਮ੍ਰਿਤ ਰਸੈ, ਰੰਗ ਰਤੇ ਨਿਰੰਕਾਰ। ਦੁਖ ਦਾਰਿਦ ਅਪਵਿੱਤਰਤਾ, ਨਸੇ ਨਾਮ ਆਧਾਰ। ਸੁਰ ਨਰ ਮੁਨ ਜਨੇ ਖੋਜਤੇ, ਸੁਖ ਸਾਗਰ ਗੋਪਾਲ। ਮਨ ਨਿਰਮਲ ਮੁਖ ਉਜਲਾ, ਹੋਏ ਨਾਨਕ ਸਾਦਰਵਾਲ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਾ ਸਰਨਾਏ। ਨਾਨਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਇ। ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ। ਸਰਵ ਕਲਾ ਭਰਪੂਰ ਸਮਰੱਥ ਗੁਰੂ, ਲੋਕ ਪਰਲੋਕ ਦੇ ਰੱਖਿਅਕ, ਗਿਆਨ ਦੇ ਸਾਗਰ, ਪ੍ਰਤੱਖ ਸਮਰੱਥ ਗੁਰੂ। ਭਗਤਾਂ ਪਿਆਰਿਆਂ ਦੀ ਜੋਤ, ਗੁਰੂਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਬੈਠੇ ਹਾਂ। ਸਤ ਸੰਗਤ ਜੀ, ਧੰਨਤਾ ਦੇ ਯੋਗ ਵਡਭਾਗੇ ਹਾਂ। ਸਤਿਗੁਰੂ ਆਇਓ ਸ਼ਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸੋਭਾ। ਚਿੰਤਾ ਲਾਹੇ ਹਮਾਰੀ, ਅਵਰ ਨਾ ਸੂਝੈ ਹੈ ਦੂਜੀ। ਠਾਹਰ ਹਾਰ ਪਰਿਓ ਤੋ ਦੁਆਰੀ, ਲੇਖਾ ਛੋੜ ਅਲੇਖੇ ਛੁਟੇ। ਹਮ ਨਿਰਗੁਣ ਲੇਹੋ ਉਬਾਰੀ, ਸਦ ਬਖਸ਼ਿੰਦ ਸਦਾ ਮਿਹਰਬਾਨਾ। ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਚੇ। ਪਰਿਓ ਰਾਖ ਲੇਹੋ ਇਹ ਵਾਰੀ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਸੋ ਸਮਾਂ ਜੀਵਨ ਸਵਾਸ ਸਾਡੇ ਕੋਲ ਨੇ ਇਸ ਵੇਲੇ, ਬਾਕੀ ਬਾਤ ਦਾ ਪਤਾ ਨਹੀਂ। ਇਸ ਕਰਕੇ ਜਦੋਂ ਤੱਕ ਪੂੰਜੀ ਹੈ ਉਦੋਂ ਤੱਕ ਜੋ ਮਰਜ਼ੀ ਖਰੀਦ ਲਓ। ਸਵਾਸਾਂ ਨੂੰ ਪੂੰਜੀ ਆਖਿਆ। ਜਦੋਂ ਤੱਕ ਪੂੰਜੀ ਜੇਬ ਦੇ ਵਿੱਚ ਹੈ ਉਦੋਂ ਤੱਕ ਸਾਰਾ ਬਾਜ਼ਾਰ ਆਪਣਾ ਲੱਗਦਾ। ਕਿਸੇ ਦੀ ਜੇਬ ਕੱਟੀ ਜਾਵੇ, ਕਿਸੇ ਦੇ ਖੀਸੇ 'ਚ ਪੈਸੇ ਨਾ ਹੋਣ, ਅਤੇ ਉਸ ਨੂੰ ਸਭ ਕੁਛ ਬੇਗਾਨਾ ਬੇਗਾਨਾ ਲੱਗਦਾ। ਇਸ ਤਰ੍ਹਾਂ ਲੱਗਦਾ ਵੀ ਕੁਛ ਵੀ ਨਹੀਂ ਇੱਥੇ ਆਪਣਾ। ਸ਼ਹਿਰ ਦੇ ਵਿੱਚ ਬੰਦਾ ਕੋਈ ਸ਼ੋਪਿੰਗ ਕਰਨ ਜਾਵੇ, ਬਾਹਲੇ ਪੈਸੇ, ਵਾਹਵਾ ਪੈਸੇ ਜੇਬ ਵਿੱਚ ਹੋਣ, ਇੱਦਾਂ ਲੱਗਦਾ ਸਾਰਾ ਸ਼ਹਿਰ ਖਰੀਦ ਸਕਦਾ ਹਾਂ। ਅਤੇ ਜੇ ਪਰਸ ਘਰ ਭੁੱਲਿਆ ਏ, ਇੱਦਾਂ ਲੱਗਦਾ ਹੁਣ ਇੱਥੇ ਮੇਰਾ ਕੋਈ ਵੀ ਨਹੀਂ, ਕੁਛ ਵੀ ਨਹੀਂ ਮੈਂ ਲੈ ਸਕਦਾ, ਕੁਝ ਵੀ ਨਹੀਂ ਮੈਂ ਖਰੀਦ ਸਕਦਾ। ਇਸ ਲਈ ਸਵਾਸ ਪੂੰਜੀ ਨੇ। ਜ਼ਿੰਦਗੀ ਇੱਕ ਪੂੰਜੀ ਹੈ। ਜੀਵਨ ਦੀ ਜੋ ਵੀ ਅਵਸਥਾ ਵਿੱਚ ਯਾਤਰਾ ਕਰ ਰਹੇ ਹਾਂ, ਇੱਕ ਪੂੰਜੀ ਹੈ। ਇਸ ਪੂੰਜੀ ਦੇ ਨਾਲ ਅਸੀਂ ਕੁਝ ਹੋਰ ਪੂੰਜੀ ਰਲਾਉਣੀ ਹੈ। ਨਾਮ ਵੀ ਪੂੰਜੀ ਹੈ, ਸੱਚ ਵੀ ਪੂੰਜੀ ਹੈ, ਸੱਤ ਪੂੰਜੀ ਹੈ, ਵਿਵੇਕ ਪੂੰਜੀ ਹੈ, ਦਇਆ ਪੂੰਜੀ ਹੈ, ਧਰਮ ਪ੍ਰੇਮ ਸ਼ਰਧਾ ਭਰੋਸਾ ਪੂੰਜੀ ਹੈ। ਇਸ ਨੂੰ ਅਸੀਂ ਨਾਮ ਰੂਪੀ ਪੂੰਜੀ ਦੁਆਰਾ ਇਕੱਠੀ ਕਰਨਾ ਹੈ। ਜਿਵੇਂ ਕੋਈ ਥੋੜ੍ਹਾ ਧਨ ਲਾ ਕੇ ਬਹੁਤਾ ਕਮਾ ਲੈਂਦਾ। ਅੱਜ ਬਹੁਤ ਵੱਡੀਆਂ ਕੰਪਨੀਆਂ ਦੇ ਮਾਲਕ 100 ਰੁਪਈਏ ਤੋਂ ਸ਼ੁਰੂ ਕੀਤੇ ਸੀ, ਅਰਬਾਂ ਖਰਬਾਂ ਦੇ ਵਿੱਚ ਪਹੁੰਚ ਗਏ। ਉਹਨਾਂ ਨੇ ਪੂੰਜੀ ਦੇ ਨਾਲ ਹੋਰ ਪੂੰਜੀ ਇਕੱਠੀ ਕਰ ਲਈ। ਹੁਣ ਉਹਨਾਂ ਦੀਆਂ ਅੱਗੇ ਕੁਲਾਂ ਵੀ ਵਿਹਲੀਆਂ ਬਹਿ ਕੇ ਖਾਂਦੀਆਂ ਰਹਿਣ, ਅਤੇ ਉਹ ਪੂੰਜੀ ਮੁੱਕੇਗੀ ਨਹੀਂ। ਪਰ
ਪਹਿਲਾਂ ਕੋਲ ਪੂੰਜੀ ਸੀ, ਉਸ ਪੂੰਜੀ ਨੂੰ ਤਰੀਕੇ ਦੇ ਨਾਲ ਵਰਤਿਆ, ਲਾਇਆ, ਚੰਗੀ ਤਰ੍ਹਾਂ ਉਸ ਨੂੰ ਮਤਲਬ ਵਰਤ ਕੇ ਚੰਗੇ ਪਾਸੇ ਲਾ ਕੇ ਤੇ ਸਦਾ ਲਈ ਫਾਇਦਾ ਪ੍ਰਾਪਤ ਕੀਤਾ। ਇਸ ਮਨੁੱਖੀ ਜਾਮੇ ਦੇ ਵਿੱਚ ਸਵਾਸਾਂ ਰੂਪੀ ਪੂੰਜੀ ਨੂੰ ਜੇ ਇੱਕ ਵਾਰੀ ਕਿਸੇ ਨੇ ਲੇਖੇ ਵਿੱਚ ਲਾ ਦਿੱਤਾ, ਇੱਕੋ ਵਾਰੀ ਜੇ ਕਿਸੇ ਨੇ ਲੇਖੇ ਵਿੱਚ ਲਾ ਦਿੱਤਾ ਤੇ ਸਦੀਵੀ ਜੁਗਾਂ ਤੱਕ ਉਸ ਦੀ ਖੇਤੀ ਇੰਨੀ ਕੁ ਬਣ ਜਾਏਗੀ, ਉਹਦੀ ਪੂੰਜੀ ਇੰਨੀ ਕੁ ਇਕੱਠੀ ਹੋ ਜਾਏਗੀ, ਜਿਵੇਂ ਫਿਰ ਵਿਆਜ ਨੂੰ ਵਿਆਜ ਲੱਗਦਾ ਨਾ, ਅੱਗੇ ਫਿਰ ਹੋਰ ਵੱਧਦਾ ਹੀ ਜਾਂਦਾ, ਪਤਾ ਹੀ ਨਹੀਂ ਲੱਗਦਾ। ਜਿਹਨਾਂ ਕੋਲ ਬਹੁਤ ਪੈਸੇ ਹੈ ਨਾ, ਪਤਾ ਹੀ ਨਹੀਂ ਲੱਗਦਾ ਵੀ ਕਿੱਧਰੋਂ ਵਧੀ ਜਾਂਦਾ। ਗਰੀਬ ਹਰ ਰੋਜ਼ ਗਰੀਬ ਹੁੰਦਾ ਹੈ, ਅਮੀਰ ਹਰ ਰੋਜ਼ ਅਮੀਰ ਹੁੰਦਾ ਹੈ। ਸੋ ਇਹ ਆਪਣਾ ਅੱਜ ਵਿਸ਼ਾ ਨਹੀਂ, ਜੋ ਸ਼ਬਦ ਹੈ ਉਹਦੇ ਮੁਤਾਬਕ ਚੱਲਦੇ ਹਾਂ। ਅੱਜ ਦਾ ਸ਼ਬਦ ਆਰੰਭ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ 297, ਸ਼ਲੋਕ ਚਤਰ ਸਿਆਣਾ ਸੁਗੜ ਸੋਏ। ਇੱਥੇ ਵਿਸਰਾਮ ਲਾਉਂਦੇ ਹਾਂ। ਜਿਨ ਤਜਿਆ ਅਭਿਮਾਨ, ਮਹਾਰਾਜ ਜੀ ਕਹਿੰਦੇ ਸੰਸਾਰ ਦੇ ਵਿੱਚ ਚਤਰ ਕੌਣ ਹੈ, ਸਿਆਣਾ ਕੌਣ ਹੈ, ਸੁਗੜ ਕੌਣ ਹੈ? ਬਾਣੀ ਦਾ ਫਰਮਾਨ ਹੈ, ਜਿਨ ਅੰਤਰ ਹਰ ਹਰ ਪ੍ਰੀਤ ਹੈ, ਤੇਜਨ ਸੁਗੜ ਸਿਆਣੇ ਰਾਮ ਰਾਜ। ਸੰਸਾਰ ਉਸ ਨੂੰ ਸਿਆਣਾ ਕਹਿੰਦਾ ਜਿਹੜਾ ਬਹੁਤਾ ਗੱਲਬਾਤ ਕਰਦਾ, ਬਹੁਤਿਆਂ ਨੂੰ ਗੱਲਬਾਤ ਰਾਹੀਂ ਇੰਪ੍ਰੈਸ ਕਰ ਲੈਂਦਾ, ਜਾਂ ਬਹੁਤਾ ਜਿਹੜਾ ਚਲਾਕ ਹੈ, ਜਾਂ ਬਹੁਤਾ ਜਿਹੜਾ ਧਨ ਵਾਲਾ, ਜਾਂ ਬਹੁਤਾ ਜਿਹੜਾ ਦੁਨੀਆ ਦੇ ਵਿੱਚ ਵਿਚਰਦਾ, ਉਸ ਨੂੰ ਕਹਿੰਦੇ ਨੇ ਵੀ ਇਹ ਸਿਆਣਾ। ਬਾਣੀ ਮੁਤਾਬਕ ਕੁਝ ਹੋਰ ਹੈ। ਬਾਣੀ ਮੁਤਾਬਕ ਉਸ ਨੂੰ ਸਿਆਣਾ ਨਹੀਂ ਕਹਿੰਦੇ ਜਿਹੜਾ ਗੱਲਾਂ ਦਾ ਖੱਟਿਆ ਖਾਂਦਾ ਹੈ, ਜਿਹੜਾ ਗੱਲਾਂ ਦੇ ਨਾਲ ਦੂਜੇ ਨੂੰ ਕੇਵਲ ਪ੍ਰਭਾਵਿਤ ਕਰਦਾ, ਉਸ ਨੂੰ ਸਿਆਣਾ ਨਹੀਂ ਕਿਹਾ। ਬਾਣੀ ਦੇ ਮੁਤਾਬਕ ਉਸ ਨੂੰ ਵੀ ਸਿਆਣਾ ਨਹੀਂ ਕਿਹਾ। ਦੋਵਾਂ ਨੂੰ ਲੜਾ ਕੇ ਤੇ ਆਪ ਸਿਆਣਾ ਬਣ ਜਾਏ, ਉਹਨੂੰ ਵੀ ਸਿਆਣਾ ਨਹੀਂ, ਉਹਨੂੰ ਮੂਰਖ ਕਿਹਾ ਜਾਂਦਾ। ਉਸ ਨੂੰ ਵੀ ਸਿਆਣਾ ਨਹੀਂ ਕਿਹਾ ਜਾਂਦਾ ਜਿਹੜਾ ਪੈਸਿਆਂ ਦੇ ਨਾਲ ਕੁਝ ਚੀਜ਼ ਖਰੀਦ ਕੇ ਜਾਂ ਕਿਸੇ ਨੂੰ ਆਪਣੇ ਮਗਰ ਲਾ ਕੇ ਚਾਰ ਬੰਦਿਆਂ ਨੂੰ ਤੇ ਆਪਣੇ ਸਿਆਣੇ ਹੋਣ ਨੂੰ ਪ੍ਰਗਟ ਕਰੇ, ਉਹਨੂੰ ਵੀ ਨਹੀਂ ਸਿਆਣਾ ਆਖਿਆ ਜਾਂਦਾ। ਚਾਹੇ ਕੋਈ ਵਿਦਵਾਨ ਹੋ ਕੇ ਬਹੁਤ ਜ਼ਿਆਦਾ ਆਪਣੇ ਆਪ ਨੂੰ ਵਿਦਵਾਨ ਸਮਝ ਕੇ ਦੂਜਿਆਂ ਨੂੰ ਇੰਪ੍ਰੈਸ ਕਰਕੇ ਕਹੇ ਵੀ ਮੈਂ ਸਿਆਣਾ, ਉਹ ਵੀ ਸਿਆਣਾ ਨਹੀਂ। ਜਿਹਨੂੰ ਰੱਬ ਸਿਆਣਾ ਕਹੇ ਉਹ ਸਿਆਣਾ ਹੈ। ਜਿਹਦੇ ਵਿੱਚ ਨਿਮਾਣਾਪਨ ਹੋਵੇ ਉਹਦੇ ਕੋਲ ਸਭ ਕੁਝ, ਔਰ ਕਹੇ ਸਭ ਅਵਗੁਣ ਮੈਂ ਗੁਣ ਨਹੀਂ ਕੋਈ। ਜੋ ਕਹੇ ਮੈਂ ਨਿਰਗੁਣਿਆਰੇ ਕੋਗਨ ਨਾਹੀ ਆਪੇ ਤਰਸ ਪਿਓਈ। ਜੋ ਕਹੇ ਮੈਂ ਨਾਹੀ ਪ੍ਰਭ ਸਭ ਕਿਛ ਤੇਰਾ। ਈਗੇ ਨਿਰਗੁਣ ਉਗੇ ਸਰਗੁਣ ਕੇਲ ਕਰਤ ਵੀ ਸੁਆਮੀ ਮੇਰਾ। ਜੋ ਕਹੇ ਮੈਂ ਮੂਰਖ ਕੀ ਕੇਤਕ ਬਾਤ ਹੈ, ਜੋ ਇਸ ਤਰ੍ਹਾਂ ਕਹੇ। ਮਹਾਰਾਜ ਜੀ ਉਸ ਨੂੰ ਸਿਆਣਾ ਗਿਣਦੇ ਹਨ। ਜੋ ਜਾਣੇ ਇਹ ਭਗਤ ਗਿਆਨੀ ਠਾਕਰ ਆਗੇ ਤਿਲ ਨਹੀਂ ਮਾਨੀ। ਜਦੋਂ ਕੋਈ ਆਪਣੇ ਆਪ ਨੂੰ ਭਗਤ ਗਿਆਨੀ ਤੱਕ ਵੀ ਆਖੇ ਤਾਂ ਵੀ ਮਹਾਰਾਜ ਜੀ ਕਹਿੰਦੇ ਤਿਲ ਜਿੰਨਾ ਪ੍ਰਵਾਨ ਨਹੀਂ ਉਸ ਦੇ ਚਰਨਾਂ ਦੇ ਵਿੱਚ। ਇਸ ਕਰਕੇ ਚਤਰ ਸਿਆਣਾ ਸੁਗੜ ਸੋਏ ਜਿਨ ਤਜਿਆ ਅਭਿਮਾਨ। ਮਹਾਰਾਜ ਜੀ ਕਹਿੰਦੇ ਉਹੀ ਅਕਲਮੰਦ ਸਿਆਣਾ ਤੇ ਸੁਚੱਜਾ ਹੈ ਜਿਸ ਨੇ ਆਪਣੇ ਅੰਦਰੋਂ ਅਹੰਕਾਰ ਨੂੰ ਦੂਰ ਕਰ ਲਿਆ। ਇਸ ਕਰਕੇ ਉਸ ਨੂੰ ਬਾਣੀ ਦੇ ਵਿੱਚ ਸਿਆਣਾ ਆਖਿਆ। ਸ਼ਾਰਟਲੀ ਸੰਖੇਪ ਦੇ ਵਿੱਚ ਵਿਚਾਰ ਕਰਦੇ ਹਾਂ। ਔਰ ਧੰਨ ਧੰਨ ਭਗਤ ਰਵਿਦਾਸ ਮਹਾਰਾਜ ਜੀ ਦੇ ਦਿਨ ਚੱਲਦੇ ਪਏ ਨੇ। ਕੱਲ੍ਹ ਉਹਨਾਂ ਦਾ ਪ੍ਰਕਾਸ਼ ਦਿਹਾੜਾ, ਥੋੜ੍ਹਾ ਅੱਜ ਥੋੜ੍ਹਾ ਕੱਲ੍ਹ ਉਹਨਾਂ ਦੇ ਬਾਰੇ ਜ਼ਰੂਰ ਵਿਚਾਰ ਕਰਾਂਗੇ। ਪਹਿਲਾਂ ਲੜੀਵਾਰ ਸ਼ਬਦ ਦੀ ਵਿਚਾਰ। ਅਗਲੀ ਪੰਕਤੀ, ਚਾਰ ਪਦਾਰਥ ਅਸ਼ਟ ਸਿੱਧ ਸਿੱਧ ਭਜ ਨਾਨਕ ਹਰ ਨਾਮ। ਮਹਾਰਾਜ ਜੀ ਫਰਮਾਨ ਕਰਦੇ ਨੇ ਵੀ ਜਿਹੜੇ ਚਾਰ ਪਦਾਰਥ ਧਰਮ ਅਰਥ ਕਾਮ ਮੋਖ ਪਲੱਸ ਜਿਹੜੀਆਂ ਸਿੱਧੀਆਂ ਨੇ, 18 ਸਿੱਧੀਆਂ ਕਹਿ ਦਈਏ, ਕੋਈ 8 ਕਰਾਮਾਤਾਂ ਕਹਿ ਦਈਏ, ਜਾਂ ਕੁਛ ਵੀ ਹੈ ਬਰਕਤਾਂ ਜਿਹੜੀਆਂ ਨੇ ਰਿਧੀਆਂ ਸਿੱਧੀਆਂ ਵਾਲੀਆਂ। ਚਾਰ ਪਦਾਰਥ ਅਸ਼ਟ ਸਿੱਧ, ਇਹ ਸਾਰੀਆਂ ਭਜ ਨਾਨਕ ਹਰ ਨਾਮ। ਇਹ ਕਰਾਮਾਤੀ ਤਾਕਤਾਂ ਜਿਹੜੀਆਂ ਨੇ, ਜਿਵੇਂ ਕੱਲ੍ਹ ਵੀ ਬੇਨਤੀ ਕੀਤੀ ਹੀ ਸੀ,
ਇਹ ਤੇਰੇ ਕੋਲ ਐਵੇਂ ਹੀ ਆ ਜਾਣਗੀਆਂ, ਐਵੇਂ ਹੀ ਆ ਜਾਣਗੀਆਂ। ਮਹਿੰਗੀ ਚੀਜ਼ ਲਏ, ਕੋਈ ਮਹਿੰਗੀ ਚੀਜ਼ ਖਰੀਦੇ ਨਾ, ਕੋਈ 10-20 ਲੱਖ ਦੀ, ਉਹਨੂੰ ਐਵੇਂ ਹੀ 5-10 ਹਜ਼ਾਰ ਦਾ ਨਾਲ ਕੋਈ ਗਿਫਟ ਦੇ ਦਿੰਦੇ ਨੇ ਕੰਪਨੀ ਵਾਲੇ, ਜਾਂ ਹੋਰ ਕੋਈ ਸਹੂਲਤ ਦੇ ਦਿੰਦੇ ਨੇ। ਸੋ ਜਿਸ ਦੇ ਕੋਲ ਰਾਮ ਦਾ ਨਾਮ ਹੈ, ਭਜ ਨਾਨਕ ਹਰ ਨਾਮ। ਸੋ ਮਹਾਰਾਜ ਜੀ ਕਹਿੰਦੇ 4 ਪਦਾਰਥ ਅਸ਼ਟ ਸਿੱਧ ਭਜ ਨਾਨਕ ਹਰ ਨਾਮ। ਇਹ ਸਭ ਕੁਝ ਨਾਮ ਜਪਣ ਤੋਂ ਬਾਅਦ ਸਹਿਜੇ ਹੀ ਆਪਣੇ ਆਪ ਜਿਹੜਾ ਹੈ ਉਹ ਆਪਣੇ ਆਪ ਹੀ ਮਿਲ ਜਾਂਦਾ ਹੈ, ਆਪਣੇ ਆਪ ਹੀ ਮਿਲ ਜਾਂਦਾ ਹੈ। ਪੌੜੀ ਚਤੁਰਥ ਚਾਰੇ ਵੇਦ ਸੁਣ, ਸੋਧਿਓ ਤਤ ਵਿਚਾਰ। ਚਤੁਰਥ ਚਾਰੇ ਵੇਦ, ਮਹਾਰਾਜ ਜੀ ਕਹਿੰਦੇ ਅਸੀਂ ਇਹ ਸਭ ਕੁਝ ਨਾ ਗ੍ਰੰਥਾਂ ਨੂੰ ਪੜ੍ਹ ਕੇ, ਚਾਰੇ ਵੇਦਾਂ ਦੇ ਗਿਆਨ ਨੂੰ ਜਾਣ ਕੇ ਫਿਰ ਇਹ ਨਿਰਣਾ ਕੀਤਾ। ਚਤੁਰਥ ਚਾਰੇ ਵੇਦ ਸੁਣ, ਸੋਧਿਓ ਤਤ ਵਿਚਾਰ। ਇਹ ਅਸੀਂ ਤੱਤ ਕੱਢਿਆ, ਇਹ ਅਸੀਂ ਨਿਰਣਾ ਕੀਤਾ ਕਿ ਸਰਬ ਖੇਮ ਕਲਿਆਣ ਨਿਧ ਰਾਮ ਨਾਮ ਜਪ ਸਾਰ। ਅਸਲ ਵਿੱਚ ਸਾਨੂੰ ਅਸਲੀਅਤ ਇਹ ਗੱਲ ਲੱਭੀ ਹੈ ਕਿ ਪ੍ਰਮਾਤਮਾ ਦਾ ਨਾਮ ਹੀ ਸ੍ਰੇਸ਼ਟ ਹੈ, ਜਿਸ ਨੂੰ ਪੜ੍ਹ ਕੇ ਗਿਆਨ ਪ੍ਰਾਪਤ ਹੁੰਦਾ, ਗਿਆਨ ਦੇ ਵਿੱਚੋਂ ਸੁੱਖ ਮਿਲਦਾ ਹੈ। ਸੁੱਖ ਅਸੀਂ ਕਹਿੰਦੇ ਵੀ ਨਾਮ ਜਪਣ ਨਾਲ ਸੁੱਖ ਮਿਲਦਾ ਹੈ। ਧਿਆਨ ਦੇਣਾ, ਨਾਮ ਜਪਣ ਦੇ ਨਾਲ ਪਹਿਲਾਂ ਸੁੱਖ ਨਹੀਂ ਮਿਲਦਾ। ਬੈਂਕ ਵਿੱਚੋਂ ਜਾਂਦੇ ਹਾਂ, ਸਾਨੂੰ ਪੈਸੇ ਮਿਲਦੇ, ਬੈਂਕ ਦੇ ਵਿੱਚੋਂ ਸਾਨੂੰ ਦੁੱਧ ਦੀ ਕੈਨੀ ਨਹੀਂ ਮਿਲਦੀ, ਬੈਂਕ ਦੇ ਵਿੱਚੋਂ ਸਬਜ਼ੀ ਜਾਂ ਮਠਿਆਈ ਨਹੀਂ ਮਿਲਦੀ, ਪਰ ਜਿਹੜੇ ਉੱਥੋਂ ਪੈਸੇ ਮਿਲਦੇ ਉਹਦੇ ਨਾਲ ਮਠਿਆਈ ਮਿਲਦੀ ਹੈ, ਉਹਦੇ ਨਾਲ ਆਟਾ ਮਿਲਦਾ ਹੈ, ਉਹਦੇ ਨਾਲ ਰੋਟੀ ਮਿਲਦੀ ਹੈ, ਉਹਦੇ ਨਾਲ ਖਾਣ ਦੀਆਂ ਚੀਜ਼ਾਂ ਮਿਲਦੀਆਂ। ਤੇ ਜਿਹੜਾ ਗੁਰੂ ਨਾਨਕ ਦੇ ਘਰ ਦੇ ਵਿੱਚ ਨਾਮ ਹੈ ਨਾ, ਮਹਾਰਾਜ ਜੀ ਕਹਿੰਦੇ ਇਸ ਨਾਮ ਦੇ ਨਾਲ ਗਿਆਨ ਮਿਲਦਾ ਹੈ। ਤੇ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਜਦੋਂ ਸਾਨੂੰ ਗੁਰੂ ਦੇ ਨਾਮ ਨੂੰ ਜਪਣ ਤੋਂ ਬਾਅਦ ਗਿਆਨ ਮਿਲਦਾ ਹੈ, ਗਿਆਨ ਸਾਡੇ ਬੱਜਰ ਕਪਾੜ ਦਾ ਤਾਲਾ ਖੋਲ੍ਹਦਾ ਹੈ, ਗਿਆਨ ਸਾਡੇ ਭਰਮ ਭੁਲੇਖੇ ਦੂਰ ਕਰਦਾ ਤੇ ਅਸੀਂ ਸੈਟਿਸਫਾਈ ਹੋ ਜਾਂਦੇ ਹਾਂ। ਇਸ ਦੌੜ ਭੱਜ ਦੀ ਜ਼ਿੰਦਗੀ ਵਿੱਚ ਬੰਦੇ ਦਾ ਸੈਟਿਸਫਾਈ ਹੋਣਾ ਬਹੁਤ ਮੁਸ਼ਕਿਲ ਤੇ ਔਖਾ ਹੈ। ਤੇ ਜੇ ਕੋਈ ਸੈਟਿਸਫਾਈ ਹੁੰਦਾ ਤੇ ਕੇਵਲ ਬਾਣੀ ਕਰ ਸਕਦੀ ਹੈ, ਮੈਂ ਵੀ ਕਿਸੇ ਨੂੰ ਸੈਟਿਸਫਾਈ ਨਹੀਂ ਕਰ ਸਕਦਾ। ਜਿੰਨੀਆਂ ਮਰਜ਼ੀ ਮੈਂ ਉਦਾਹਰਨਾਂ ਦੇਈ ਜਾਵਾਂ, ਬੜੀ ਮੁਸ਼ਕਿਲ ਹੈ। ਕੋਈ ਇੱਕ ਵਿਰਲਾ ਹੋ ਸਕਦਾ, ਭਾਵੇਂ ਸੈਂਕੜੇ ਜਾਂ ਹਜ਼ਾਰਾਂ ਸੁਣ। ਸੈਟਿਸਫਾਈ ਗੁਰੂ ਦੀ ਬਾਣੀ ਜਾਂ ਗੁਰੂ ਕਰ ਸਕਦਾ। ਹਾਂ, ਗੁਰੂ ਦੇ ਸ਼ਬਦ ਦੀ ਵਿਚਾਰ ਜ਼ਰੂਰ ਸੈਟਿਸਫਾਈ ਕਰ ਸਕਦੀ, ਮੇਰੀ ਆਪਣੀ ਮੱਤ ਦੁਆਰਾ ਮੈਂ ਤੁਹਾਨੂੰ ਵੀ ਸੈਟਿਸਫਾਈ ਨਹੀਂ ਕਰ ਸਕਦਾ। ਇਸ ਕਰਕੇ ਸਰਬ ਖੇਮ ਕਲਿਆਣ ਨਿਧ ਰਾਮ ਨਾਮ ਜਪ ਸਾਰ। ਨਾਮ ਦੇ ਵਿੱਚੋਂ, ਰਾਮ ਦੇ ਵਿੱਚੋਂ ਮਹਾਰਾਜ ਜੀ ਕਹਿੰਦੇ ਐਸਾ ਗਿਆਨ ਮਿਲਦਾ ਹੈ, ਮਨੁੱਖ ਨੂੰ ਸੁੱਖਾਂ ਦਾ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ। ਕਿੱਦਾਂ ਦਾ? ਬੜੀਆਂ ਪਿਆਰੀਆਂ ਪੰਕਤੀਆਂ ਆ ਰਹੀਆਂ। ਨਰਕ ਨਿਵਾਰੇ ਦੁੱਖ ਹਰੇ ਟੋਟੇ ਅਨਕ ਕਲੇਸ਼। ਪਰਮਾਤਮਾ ਦਾ ਨਾਮ ਐਸਾ ਗਿਆਨ ਦਿੰਦਾ ਹੈ, ਪਾਤਸ਼ਾਹ ਜੀ ਕਹਿੰਦੇ ਨਰਕਾਂ ਤੋਂ ਬਚਾ ਲੈਂਦਾ ਹੈ। ਨਾਮ ਦੀ ਬਰਕਤ ਦੇ ਨਾਲ ਅਨੇਕਾਂ ਕਲੇਸ਼ ਮਿਟ ਜਾਂਦੇ ਨੇ। ਤੁਸੀਂ ਬੜੀ ਵਾਰ ਸੁਣ ਚੁੱਕੇ ਹੋ ਕਿਵੇਂ ਮਿਟਦੇ ਨੇ। ਪਰਿਵਾਰ ਦੇ ਕਲੇਸ਼ ਮਿਟਦੇ ਨੇ, ਆਪਣੇ ਅੰਦਰ ਦੇ ਕਲੇਸ਼ ਮਿਟਦੇ ਨੇ। ਬੰਦਾ ਇੱਕ ਬਾਹਰਲੇ ਕਲੇਸ਼ਾਂ ਤੋਂ ਦੁਖੀ ਹੈ, ਇੱਕ ਅੰਦਰਲੇ ਕਲੇਸ਼ ਤੋਂ ਦੁਖੀ ਹੈ। ਬਾਹਰਲਾ ਕਲੇਸ਼ ਦੂਜੇ ਕਰਦੇ ਨੇ, ਅੰਦਰਲਾ ਕਲੇਸ਼ ਖੁਦ ਕਰਦਾ ਹੈ। ਨਰਕ ਨਿਵਾਰੇ ਦੁੱਖ ਹਰੇ ਟੋਟੇ ਅਨਕ ਕਲੇਸ਼। ਬਾਹਰਲਾ ਕਲੇਸ਼ ਲੋਕੀ ਪਾਉਂਦੇ ਨੇ, ਅੰਦਰਲਾ ਕਲੇਸ਼ ਖੁਦ ਪੈਦਾ ਕਰਦਾ। ਐਵੇਂ ਹੀ ਸੜੀ ਜਾਣਾ, ਐਵੇਂ ਹੀ ਭੁਜੀ ਜਾਣਾ, ਐਵੇਂ ਹੀ ਮੂੰਹ ਵੱਟੀ ਰੱਖਣਾ, ਇਹਨੂੰ ਕਹਿੰਦੇ ਨੇ ਆਪਣਾ ਅੰਦਰਲਾ ਕਲੇਸ਼। ਅੰਦਰਲਾ ਕਲੇਸ਼ ਕਿਸ ਨੇ ਪੈਦਾ ਕੀਤਾ? ਇਸ ਨੇ ਖੁਦ ਨੇ। ਇਸ ਦੀ ਸੋਚ ਨੇ ਇਸ ਦਾ ਅੰਦਰਲਾ ਕਲੇਸ਼ ਪੈਦਾ ਕੀਤਾ ਤੇ ਇਸ ਦੀ ਸੋਚ ਨੇ ਹੀ ਅੰਦਰਲਾ ਕਲੇਸ਼ ਦੂਰ ਕਰਨਾ ਹੈ। ਤੇ ਉਹ ਅੰਦਰਲਾ ਕਲੇਸ਼ ਕਿਸ ਤਰ੍ਹਾਂ ਦੂਰ ਹੋਣਾ ਹੈ? ਮਹਾਰਾਜ ਜੀ ਕਹਿੰਦੇ ਉਹ ਗਿਆਨ ਦੇ ਨਾਲ। ਤੇ ਗਿਆਨ ਕਿੱਥੇ ਬੈਠਾ, ਕਿੱਥੇ ਛੁਪਿਆ? ਉਹ ਹੈ ਸਾਡੇ ਗੁਰੂ ਕੋਲ। ਚਾਹੇ ਕੋਈ ਉਸ ਗੁਰੂ ਨੂੰ ਰਾਮ ਕਹਿੰਦਾ, ਚਾਹੇ ਵਾਹਿਗੁਰੂ ਕਹਿੰਦਾ, ਚਾਹੇ ਅੱਲਾ ਕਹਿੰਦਾ। ਉਹ ਗੁਰੂ ਸਾਨੂੰ
ਬੁੱਧੀ ਦਿੰਦਾ ਹੈ, ਉਹ ਗੁਰੂ ਸਾਨੂੰ ਸੁਮਤ ਦਿੰਦਾ ਹੈ ਔਰ ਗੁਰੂ ਸਾਨੂੰ ਅੰਦਰਲੇ ਕਲੇਸ਼ ਤੋਂ ਨਿਜਾਤ ਦਵਾ ਦਿੰਦਾ ਹੈ, ਮਤਲਬ ਫਾਰਗ ਕਰ ਦਿੰਦਾ ਹੈ, ਮਤਲਬ ਉਸ ਤੋਂ ਆਜ਼ਾਦ ਕਰ ਦਿੰਦਾ ਹੈ। ਨਰਕ ਨਿਵਾਰੇ ਦੁੱਖ ਹਰੇ ਟੂਟੇ ਅਨ ਕਲੇਸ਼ ਮੀਚ ਹੁਟੈ ਜਮ ਤੇ ਛੁਟੇ ਹਰ ਕੀਰਤਨ ਪ੍ਰਵੇਸ਼। ਮਹਾਰਾਜ ਜੀ ਕਹਿੰਦੇ ਜਿਸ ਦੇ ਹਿਰਦੇ ਵਿੱਚ ਪ੍ਰਮਾਤਮਾ ਦੀ ਸਿਫਤ ਸਲਾਹ ਦਾ ਪ੍ਰਵੇਸ਼ ਹੁੰਦਾ ਉਸ ਦੀ ਆਤਮਕ ਮੌਤ ਮਿਟ ਜਾਂਦੀ ਹੈ। ਬੰਦਾ ਆਤਮਕ ਮੌਤ ਬਹੁਤ ਵਾਰੀ ਮਰਦਾ ਹੈ ਇਸ ਜੀਵਨ ਦੀ ਯਾਤਰਾ ਦੇ ਦੌਰਾਨ। ਜਿਵੇਂ ਅਸੀਂ ਪੰਜਾਬੀ ਲੋਕ ਕਹਿੰਦੇ ਤੇਰੀ ਆਤਮਾ ਮਰ ਗਈ ਹੈ ਜਦੋਂ ਕੋਈ ਐਸੀ ਵੈਸੀ ਗੱਲ ਹੋ ਜਾਂਦੀ ਹੈ, ਇਹਦਾ ਮਤਲਬ ਆਤਮਕ ਮੌਤ ਜਿਹੜੀ ਹੈ ਵਾਰ-ਵਾਰ ਮਰਦਾ ਹੈ। ਮਨੁੱਖ ਸਰੀਰਕ ਮੌਤ ਇੱਕ ਵਾਰੀ ਮਰਦਾ, ਆਤਮਕ ਮੌਤ ਵਾਰ-ਵਾਰ ਮਰਦਾ। ਜੇ ਇਹਨੂੰ ਨਹੀਂ ਪਤਾ ਤੇ ਲੋਕੀ ਯਾਦ ਕਰਾ ਦਿੰਦੇ ਨੇ, ਉਹ ਤੂੰ ਇੱਦਾਂ ਦਾ ਕੰਮ ਕੀਤਾ, ਤੇਰੀ ਆਤਮਾ ਤੈਨੂੰ ਇਜਾਜ਼ਤ ਦਿੰਦੀ ਸੀ, ਤੇਰੀ ਆਤਮਾ ਮਰ ਗਈ, ਤੈਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਸੀ। ਸੋ ਮਹਾਰਾਜ ਜੀ ਕਹਿੰਦੇ ਉਸ ਦੀ ਆਤਮਕ ਮੌਤ ਮਿਟ ਜਾਂਦੀ ਹੈ, ਮਰਦਾ ਨਹੀਂ। ਉਹ ਮੀਚ ਹੁੱਟੇ ਜਮ ਤੇ ਛੁੱਟੇ ਹਰ ਕੀਰਤਨ ਪ੍ਰਵੇਸ਼। ਜਿਸ ਦੇ ਅੰਦਰ ਰੱਬ ਦਾ ਕੀਰਤਨ, ਰੱਬ ਦੀ ਕੀਰਤੀ ਪ੍ਰਵੇਸ਼ ਹੁੰਦੀ ਹੈ। ਭਉ ਬਿਨਸੇ ਅੰਮ੍ਰਿਤ ਰਸੇ ਰੰਗ ਰਤੇ ਨਿਰੰਕਾਰ। ਜੇ ਪ੍ਰਮਾਤਮਾ ਦੇ ਰੰਗ ਦੇ ਵਿੱਚ ਅੰਮ੍ਰਿਤ ਰਸ ਵਿੱਚ ਭਿੱਜ ਜਾਈਏ, ਭਉ ਬਿਨਸੇ ਡਰ ਸਾਰੇ ਇੱਕ ਨਹੀਂ ਬਹੁਤ ਪ੍ਰਕਾਰ ਦੇ ਡਰ ਨੇ, ਇਹਦੇ ਬਾਰੇ ਵੀ ਅਸੀਂ ਬੜੀ ਵਾਰ ਸੁਣ ਲਿਆ। ਭਉ ਬਿਨਸੇ ਅੰਮ੍ਰਿਤ ਰਸੇ ਰੰਗ ਰਤੇ ਨਿਰੰਕਾਰ। ਜੋ ਪ੍ਰਮਾਤਮਾ ਦੇ ਰੰਗ ਦੇ ਵਿੱਚ ਰਚਿਆ ਜਾਂਦਾ, ਇੱਕਮਿਕ ਹੋ ਜਾਂਦਾ, ਉਹਦੇ ਮਹਾਰਾਜ ਜੀ ਕਹਿੰਦੇ ਤਮਾਮ ਜਿਹੜੇ ਨੇ ਡਰ ਮੁੱਕ ਜਾਂਦੇ ਨੇ। ਵੱਡਾ ਡਰ ਹੈ ਹਰ ਇੱਕ ਨੂੰ ਮੌਤ ਦਾ, ਮਰਨੇ ਤੇ ਜਗਤ ਡਰੇ। ਜੀਵਿਆ ਲੋੜੇ ਸਭ ਕੋਏ, ਇਹ ਵੀ ਇੱਕ ਵੱਡਾ ਡਰ ਜਿਹੜਾ ਰੱਬ ਐਸਾ ਕੱਢਦਾ, ਐਸਾ ਡਰ ਕਰਦਾ ਜਿਸ ਮਰਨੇ ਤੇ ਜਗ ਡਰੈ। ਮੇਰੇ ਮਨ ਆਨੰਦ, ਪੁੱਤਰ ਦਾ ਮੋਹ, ਧੀ ਦਾ ਮੋਹ, ਪਤਨੀ ਦਾ ਮੋਹ, ਪਤੀ ਦਾ ਮੋਹ, ਕੁਟੁੰਬ ਦਾ ਮੋਹ, ਪੋਤਰੇ ਪੋਤਰੀਆਂ ਦਾ ਮੋਹ, ਦੋਤੇ ਦੋਤਰੀਆਂ ਦਾ ਮੋਹ। ਇਹ ਸਾਨੂੰ ਮੌਤ ਜਦੋਂ ਸਾਹਮਣੇ ਦੇਖਦੀ ਇਹ ਚੀਜ਼ ਡਰਾਉਂਦੀ ਹੈ। ਤੇ ਗੁਰੂ ਦੀ ਬਾਣੀ ਇਹ ਮੋਹ ਨੂੰ ਘੱਟ ਕਰਦੀ 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 ਐਦਾਂ ਨਿਰਲੇਪ ਕਰ ਦਿੰਦੀ ਹੈ ਜਿਵੇਂ ਸੱਪ ਕੁੰਜ ਉਤਾਰਦਾ ਹੈ। ਧਿਆਨ ਦੇਣਾ, ਕੁੰਜ ਜਿਵੇਂ ਸੱਪ ਕੁੰਜ ਉਤਾਰ ਦਿੰਦਾ, ਉਹਨੂੰ ਕੋਈ ਫਰਕ ਨਹੀਂ ਪੈਂਦਾ, ਲਾ ਕੇ ਗਾਂਹ ਰਾਹੇ ਪੈਂਦਾ। ਗੁਰਮੁਖ ਕਹਿੰਦੇ ਇਸੇ ਤਰ੍ਹਾਂ ਇਹ ਸਰੀਰ ਰੂਪੀ ਕੁੰਜ ਚੋਲੇ ਨੂੰ ਰੱਖ ਕੇ ਅਫਸੋਸ ਨਹੀਂ ਕਰਦਾ। ਪਰ ਇਹ ਸਤਸੰਗ ਜੀ ਹੈ ਬੜੀ ਵੱਡੀ ਗੱਲ, ਇਹ ਛੋਟੀ ਨਹੀਂ। ਮੈਂ ਕਹਿ ਵੀ ਸੌਖਾ ਦੇਵਾਂਗਾ, ਤੁਸੀਂ ਸੁਣ ਵੀ ਸੌਖਾ ਲਓਗੇ, ਪਰ ਇਸ ਸਰੀਰ ਰੂਪੀ ਕੁੰਜ ਨੂੰ ਸਾਈਡ ਤੇ ਰੱਖਣਾ ਸੌਖੀ ਗੱਲ ਨਹੀਂ, ਔਖਾ ਬਹੁਤ ਹੈ। ਆਓ ਅੱਗੇ ਚੱਲਦੇ ਹਾਂ ਜੀ। ਦੁੱਖ ਦਾਰਿਦ ਅਪਵਿੱਤਰਤਾ ਨਾਸੇ ਨਾਮ ਆਧਾਰ। ਪਰਮਾਤਮਾ ਦੇ ਨਾਮ ਦੇ ਨਾਲ ਮਹਾਰਾਜ ਜੀ ਕਹਿੰਦੇ ਗਰੀਬੀ, ਵਿਕਾਰਾਂ ਤੋਂ ਹੋਈ ਮਲੀਨਤਾ, ਪਾਤਸ਼ਾਹ ਜੀ ਕਹਿੰਦੇ ਸਭ ਕੁਛ ਨਾਸ਼ ਹੋ ਜਾਂਦਾ। ਦੁੱਖ ਦਾਰਿਦ ਆਪਵਿੱਤਰਤਾ, ਇੱਕ ਪਵਿੱਤਰਤਾ ਹੁੰਦੀ ਜਿਹੜੇ ਅੱਗੇ ਲੱਗਾ ਆੜਾ। ਦੁੱਖ ਦਾਰਿਦ ਅਪਵਿੱਤਰਤਾ ਨਾਸੇ ਨਾਮ ਆਧਾਰ। ਇਹ ਨਾਮ ਦੇ ਨਾਲ ਮਲੀਨਤਾ ਜਿਹੜੀ ਖਤਮ ਹੋ ਜਾਂਦੀ ਹੈ। ਸੋ ਮਹਾਰਾਜ ਜੀ ਕਹਿੰਦੇ ਇਸੇ ਬਰਕਤ ਨੂੰ ਨਾ ਸੁਰ ਨਰ ਮੁਨ ਜਨ ਖੋਜ ਤੇ ਸੁਖ ਸਾਗਰ ਗੋਪਾਲ। ਵੱਡੇ ਵੱਡੇ ਇਸ ਚੀਜ਼ ਨੂੰ ਦੈਵੀ ਗੁਣਾਂ ਵਾਲੇ ਵੀ ਖੋਜਦੇ ਨੇ। ਇਸ ਦੇਹੀ ਕੋ ਸਿਮਰਤ ਦੇਵ ਸਾ ਦੇਹੀ ਭਜ ਹਰ ਕੀ ਸੇਵ। ਸੁਰ ਨਾਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਸੁਰ ਨਰ ਮੁਨ ਜਨ ਖੋਜਦੇ ਸੁਖ ਸਾਗਰ ਗੋਪਾਲ। ਮਨ ਨਿਰਮਲ ਮੁਖ ਉਜਲਾ ਹੋਏ ਨਾਨਕ ਸਾਧ ਅਰਵਾਲ। ਗੁਰੂ ਦੇ ਚਰਨ ਦੀ ਧੂੜ ਨੂੰ ਪ੍ਰਾਪਤ ਕੀਤਿਆਂ ਮਹਾਰਾਜ ਜੀ ਕਹਿੰਦੇ ਮਨ ਨਿਰਮਲ ਹੋ ਜਾਂਦਾ। ਨਾਨਕ ਸਾਧ ਅਰਵਾਲ। ਜੇ ਕਿਤੇ ਸਤਿਪੁਰਖ ਦੀ, ਗੁਰੂ ਦੀ ਜਾਂ ਗੁਰਮੁਖ ਦੇ ਚਰਨਾਂ ਦੀ ਧੂੜ, ਮਤਲਬ ਧੂੜ ਦਾ ਮਤਲਬ ਉਸ ਦੀ ਸੰਗਤ, ਉਸ ਦੇ ਅੰਦਰੋਂ ਜਿਹੜੇ ਸੱਚ ਦੇ ਵਿਚਾਰ, ਸੱਚ ਦਾ ਗਿਆਨ, ਜਿਸ ਨੂੰ ਇਹ ਚੀਜ਼ ਮਿਲਦੀ ਹੈ ਮਨ ਨਿਰਮਲ ਮੁਖ ਉਜਲਾ ਨਾਨਕ ਸਾਧ ਅਰਵਾਲ।
ਉਸ ਦਾ ਮੁਖ ਉਜਲ ਹੋ ਜਾਂਦਾ, ਮੂੰਹ ਰੋਸ਼ਨ ਹੋ ਜਾਂਦਾ। ਨਾਨਕ ਤੇ ਮੁਖ ਹੀ ਉਜਲੇ ਕੀਤੀ ਛੁੱਟੀ ਨਾਲ, ਮਨ ਨਿਰਮਲ ਮੁਖ ਹੀ ਉਜਲਾ ਹੋਏ ਨਾਨਕ ਸਾਧ ਰਵਾਲ। ਕਿੱਦਾਂ ਹੁੰਦਾ? ਆਓ ਜੀ ਦੇਖਦੇ ਹਾਂ, ਦੇਖਦੇ ਹਾਂ। ਕਾਚੀ ਬਨਾਰਸ ਦੀ ਧਰਤੀ ਤੇ ਵੇਖਦੇ ਹਾਂ, ਬਨਾਰਸ ਦੀ ਧਰਤੀ ਤੇ ਵੇਖਦੇ ਹਾਂ ਜੀ ਕਿੱਦਾਂ ਮੁਖ ਉਜਲ ਹੁੰਦਾ ਸਾਧ ਦੇ ਦੁਆਰਾ। ਸਾਧ ਦੇ ਦੁਆਰਾ ਕਿਵੇਂ ਮੁਖ ਉਜਲ ਹੁੰਦਾ ਹੈ? ਬਾਣੀ ਦੀਆਂ ਪੰਕਤੀਆਂ ਨੇ। ਭਾਈ ਗੁਰਦਾਸ ਜੀ ਦੀ ਵਾਰ ਹੈ, ਵਾਰ 10ਵੀਂ ਤੇ ਪੌੜੀ 17ਵੀਂ। ਪੂਰਾ ਸ਼ਬਦ ਪੜ੍ਹਦੇ ਹਾਂ, ਫਿਰ ਜਿਹੜਾ ਸ਼ਬਦ ਦੀ ਆਖਰੀ ਲੜੀਵਾਰ ਸ਼ਬਦ ਦੀ ਆਖਰੀ ਪੰਕਤੀ ਆਈ ਉਹਦੇ ਨਾਲ ਇਹ ਸਭ ਕੁਝ ਜੁੜੇਗਾ, ਇਹ ਲੜੀ ਜੁੜੇਗੀ। ਬਹੁਤ ਪਿਆਰੀ ਰਵਿਦਾਸ ਭਗਤ ਜੀ ਦੀ ਸਿਫਤ ਦੇ ਬਾਰੇ ਵਾਰ 10ਵੀਂ ਤੇ ਪੌੜੀ 17ਵੀਂ ਭਾਈ ਗੁਰਦਾਸ ਜੀ ਦੀ ਲਿਖਦੇ ਨੇ ਵੀ ਅੰਕਿਤ ਹੈ ਭਗਤ ਭਗਤ ਜਗ ਵੱਜਿਆ ਚੌਚੱਕਾਂ ਦੇ ਵਿੱਚ ਚਮਰੇਟਾ ਪਾਣਾ ਗੰਢੇ ਰਾਹ ਵਿੱਚ ਕੁੱਲਾ ਧਰਮ ਢੋਏ ਸੋ ਢੋਰ ਸਮੇਟਾ ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ ਚੌਂ ਵਰਨਾ ਉਪਦੇਸ਼ ਦਾ ਗਿਆਨ ਧਿਆਨ ਕਰ ਭਗਤ ਸੇਟਾ ਨਹਾਵਣ ਆਇਆ ਸੰਗ ਮਿਲ ਬਾਨਾਰਸ ਕਰ ਗੰਗਾ ਥੇਟਾ ਕੱਢ ਕਸੀਰਾ ਸੋਪਿਆ ਰਵਦਾਸੇ ਗੰਗਾ ਦੀ ਭੇਟਾ ਲੱਗਾ ਪੁਰਬ ਅਵੀਚ ਦਾ ਡਿੱਠਾ ਚਲਤ ਅਚਰਜ ਅਮੇਟਾ ਲਿਆ ਕਸੀਰਾ ਹੱਥ ਕੱਢ ਸੂਤ ਇੱਕ ਜਿਉ ਤਾਣਾ ਪੇਟਾ ਭਗਤ ਜਨਾ ਹਰ ਮਾਂ ਪਿਓ ਬੇਟਾ ਭਗਤ ਭਗਤ ਜਗ ਵੱਜਿਆ ਚੌਚੱਕਾਂ ਦੇ ਵਿੱਚ ਚਮਰੇਟਾ। ਕਿਵੇਂ ਮੁਖ ਉਜਲ ਹੁੰਦੇ ਨੇ ਸਾਧ ਦੇ ਚਰਨ ਦੀ ਧੂੜ ਦੇ ਨਾਲ। ਸੁਣੋ ਜੀ, ਇੱਕ ਪੰਡਤਾਂ ਦਾ ਇਕੱਠ ਕੁੰਭ ਦਾ ਮੇਲਾ ਕਹਿ ਲਈਏ ਜਾਂ ਗੰਗਾ ਨੂੰ ਨਹਾਉਣ ਦੇ ਲਈ ਚੱਲਿਆ। ਪੁਰਾਣੇ ਸਮੇਂ ਦੇ ਵਿੱਚ ਲੋਕ ਗੰਗਾ ਨਹਾਉਣ ਜਾਂਦੇ ਹੁੰਦੇ ਸਨ। ਅਸੀਂ ਗੁਰੂ ਨਾਨਕ ਮਹਾਰਾਜ ਜੀ ਤੋਂ ਪਹਿਲਾਂ ਜ਼ਿਆਦਾ ਕਰਕੇ ਲੈ ਲਈਏ ਹਿੰਦੂ ਧਰਮ ਸਨਾਤਨ ਧਰਮ, ਕਿਉਂਕਿ ਬਾਅਦ ਵਿੱਚ ਸਾਡੇ ਤੀਰਥ ਸਥਾਨ ਤੇ ਬਾਅਦ ਵਿੱਚ ਬਣੇ, ਨਨਕਾਣਾ ਸਾਹਿਬ ਬਾਅਦ ਵਿੱਚ ਬਣਿਆ, ਪੰਜਾ ਸਾਹਿਬ ਹਰਿਮੰਦਰ ਸਾਹਿਬ ਤੇ ਬਾਅਦ ਵਿੱਚ ਬਣਿਆ। ਉਸ ਤੋਂ ਪਹਿਲਾਂ ਲੋਕ ਜ਼ਿਆਦਾ ਗੰਗਾ ਦੇ ਬਾਰੇ ਬਹੁਤ ਜ਼ਿਆਦਾ ਬਾਣੀ ਦੇ ਵਿੱਚ ਵੀ ਲਿਖਿਆ ਜਾਂਦਾ। ਗੰਗਾ ਨਹਾਵਣ ਤਾਈਂ ਰਾਮਾਨੰਦ ਜੀ ਦੇ ਬਾਰੇ ਵੀ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਲਿਖਿਆ। ਸੋ ਸਮੂਹ ਇੱਕ ਪੰਡਤਾਂ ਦਾ ਗੰਗਾ ਤੇ ਨਹਾਉਣ ਦੇ ਲਈ ਤੁਰਿਆ ਹੋਇਆ। ਪੰਡਤਾਂ ਦਾ ਟੋਲਾ ਹੈ, ਪੰਡਤਾਂ ਦਾ ਟੋਲਾ ਤੇ ਉਹ ਗੰਗਾ ਨੂੰ ਨਹਾਵਣ ਦੇ ਲਈ ਚੱਲਿਆ। ਇੱਕ ਪੰਡਤ ਦੀ ਜੁੱਤੀ ਟੁੱਟ ਗਈ, ਜੋੜਾ ਟੁੱਟ ਗਿਆ। ਤੇ ਬੜੀ ਵਾਰ ਤੁਸੀਂ ਸੁਣ ਚੁੱਕੇ ਹੋ ਭਗਤ ਰਵਿਦਾਸ ਜੀ ਦੀ ਜਿਹੜੀ ਛੰਨ ਕੁੱਲੀ ਸੀ ਉਹ ਰਾਹ ਦੇ ਉੱਪਰ ਸੀ, ਉਹਦਾ ਜੋੜਾ ਟੁੱਟ ਗਿਆ। ਤੇ ਉਹ ਬਾਕੀਆਂ ਨੂੰ ਕਹਿੰਦਾ ਵੀ ਚੱਲੋ ਗਾਂ ਤੁਸੀਂ, ਮੈਂ ਜੋੜਾ ਗੰਢਾ ਕੇ ਆਉਣਾ ਹਾਂ। ਚੱਲੇ ਨੇ ਗੰਗਾ ਨੂੰ ਨਹਾਉਣ ਦੇ ਲਈ। ਤੇ ਭਗਤ ਜੀ ਦੇ ਕੋਲ ਜਾ ਕੇ ਇਹ ਥੋੜੀ ਦੂਰੀ ਤੇ ਖਲੋ ਗਿਆ, ਇਹ ਥੋੜੀ ਦੂਰੀ ਤੇ ਖਲੋ ਗਿਆ, ਕੋਈ 8-10 ਫੁੱਟ ਦੀ। ਤੇ ਆਪਣੇ ਟੁੱਟੇ ਹੋਏ ਜੋੜੇ ਨੂੰ, ਜੁੱਤੀ ਨੂੰ ਭਗਤ ਜੀ ਦੇ ਵੱਲ ਜ਼ੋਰ ਦੇ ਨਾਲ ਇਸ ਤਰ੍ਹਾਂ ਧੱਕ ਕੇ, ਜੋ ਪੁਰਾਣਾ ਜ਼ਮਾਨਾ ਸੀ ਚੱਲਦਾ ਸੀ, ਇਸ ਤਰ੍ਹਾਂ ਲਿਖਿਆ। ਕੋਲ ਜਾ ਕੇ ਨਹੀਂ ਫੜਾਈ, ਹੱਥ ਦੇ ਵਿੱਚ ਨਹੀਂ ਫੜਾਈ, ਕਿਉਂਕਿ ਟੱਚ ਹੋ ਗਿਆ ਤੇ ਕਿਧਰੇ ਉਹ ਭ੍ਰਿਸ਼ਟਿਆ ਨਾ ਜਾਏ। ਬ੍ਰਾਹਮਣ ਪੰਡਤ ਇਸ ਕਰਕੇ ਦੂਰੋਂ ਫੜਾਉਂਦਾ ਜੁੱਤੀ, ਜੁੱਤੀ ਦੂਰੋਂ ਫੜਾਉਂਦਾ। ਕਾਸ਼ ਕਿਸੇ ਨੂੰ ਸਮਝ ਲੱਗ ਜਾਏ। ਜਿਉਂ ਪਾਰਸ ਲੋਹਾ ਛੋਹੈ, ਇਹ ਵੀ ਭਾਈ ਗੁਰਦਾਸ ਦੀ ਪੰਕਤੀ। ਜਿਉਂ ਪਾਰਸ ਲੋਹਾ ਛੋਹੈ ਚੰਦਨ ਵਾਸ ਨਿੰਮ ਮਹਿਕਾਈ। ਤੇ ਜੇ ਦਰਖਤ ਕਹਿੰਦੇ ਅਸੀਂ ਨਿੰਮ ਦੇ ਲਾਗੇ ਉੱਗਣਾ ਹੀ ਨਹੀਂ ਤੇ ਉਹ ਰਹਿ ਜਾਂਦੇ ਚੰਦਨ ਬਣਨ ਤੋਂ। ਉਹਨਾਂ ਨੇ ਚੰਦਨ ਨਹੀਂ ਸੀ ਬਣਨਾ। ਉਹਨਾਂ ਦਾ ਸੰਗ ਕੀਤਾ ਚੰਦਨ ਦੇ ਦਰਖਤਾਂ ਦਾ ਤੇ ਉਹ ਚੰਦਨ ਬਣ ਗਏ। ਜੇ ਉਹ ਕਹਿੰਦੇ ਨਹੀਂ ਅਸੀਂ ਤੇ ਉਸ ਬਾਂਸ ਦੀ ਤਰ੍ਹਾਂ ਰਹਿਣਾ। ਚੰਦਨ ਕੇ ਨਿਕਟੇ ਵਸੇ ਬਾਂਸ ਸੁਗੰਧ ਨਾ ਹੋਏ। ਚੰਦਨ ਦੇ ਨਿਕਟੇ ਬਾਂਸ ਵਸਦਾ ਪਰ ਉਸ ਨੂੰ ਸੁਗੰਧੀ ਨਹੀਂ ਮਿਲਦੀ। ਕਿਉਂ? ਬਾਹਰੋਂ ਬੜਾ ਮਜ਼ਬੂਤ ਹੈ, ਬਾਹਰੋਂ ਬਾਂਸ ਬੜਾ ਉੱਚਾ ਲੰਮਾ ਹੈ,
ਬਾਹਰੋਂ ਦੇਖਣ ਨੂੰ ਤੇ ਬਹੁਤ ਵੱਡਾ, ਅੰਦਰੋਂ ਬਾਂਸ ਖਾਲੀ। ਜਦ ਹਨੇਰੀ ਚੱਲਦੀ ਹੈ ਨਾ, ਕੁੱਲ ਘਾਤੀ ਹੈ, ਆਪਣਿਆਂ ਨੂੰ ਮਾਰ ਸੁੱਟਦਾ। ਮਤਲਬ ਜਦ ਬਾਂਸ ਆਪਸ ਵਿੱਚ ਟਕਰਾਉਂਦੇ ਨੇ ਤੇ ਅੱਗ ਪੈਦਾ ਹੁੰਦੀ ਹੈ ਤੇ ਆਪਸ ਵਿੱਚ ਹੀ ਸੜ ਭੁੱਜ ਕੇ ਖਤਮ ਹੋ ਜਾਂਦੇ ਹਨ। ਕੁੱਲ ਘਾਤੀ ਹੈ, ਬਾਂਸ ਨਹੀਂ ਲੈ ਸਕਿਆ। ਬਾਣੀ 'ਚ ਲਿਖਿਆ, ਸਿਮਲ ਰੁਖ ਸਰਾਏ ਰਾਤ ਦੀਰਗਤ ਮੋਚੋਏ ਜੇ ਆਵੇ ਆਸ ਕਰ, ਜਾਹੇ ਨਿਰਾਸੇ ਕਿਤ ਫਲ ਫਿੱਕੇ ਫੁੱਲ ਬੱਕ ਬੱਕੇ, ਕੰਮ ਨਾ ਆਵੇ ਪਤ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਇੱਥੇ ਵੱਡਿਆਂ ਦੀ ਗੱਲ ਨਹੀਂ, ਇੱਥੇ ਤੇ ਨੀਵਿਆਂ ਦੀ ਗੱਲ ਹੈ, ਇੱਥੇ ਅਮੀਰਾਂ ਦੀ ਗੱਲ ਨਹੀਂ। ਇੱਥੇ ਤੇ ਕਹਿੰਦੇ ਨੇ ਗੁਰੂ ਗਰੀਬ ਨਿਵਾਜ। ਸੋ ਇਹਨੇ ਜੋੜਾ ਦਿੱਤਾ ਭਗਤ ਰਵਿਦਾਸ ਜੀ ਨੂੰ ਗੰਢਣ ਦੇ ਲਈ। ਭਗਤ ਜੀ ਦਾ ਫਿਰਦੇ ਹੁਣ ਭਗਤ ਕੋਲ ਕੋਈ ਆ ਜਾਵੇ ਤੇ ਖਾਲੀ ਚਲਾ ਜਾਏ, ਇਹ ਹੋ ਨਹੀਂ ਸਕਦਾ, ਇਹ ਹੋ ਨਹੀਂ ਸਕਦਾ। ਭਗਤ ਰਵਿਦਾਸ ਕੋਲ ਕੋਈ ਆਇਆ ਹੋਵੇ ਤੇ ਉਸ ਦੀ ਰੇਖ ਵਿੱਚ ਮੇਖ ਨਾ ਵੱਜੀ ਹੋਵੇ, ਇਹ ਹੋ ਨਹੀਂ ਸਕਦਾ। ਪਰ ਕੋਈ ਪੂਰਨ ਹੋਵੇ ਫਿਰ ਹੋ ਸਕਦਾ, ਅਧੂਰਾ ਹੋਵੇ ਫਿਰ ਨਹੀਂ। ਭਗਤ ਰਵਿਦਾਸ ਨੇ ਉਸ ਦਾ ਜੋੜਾ ਗੰਢਿਆ। ਉਹ ਤੇ ਜੁੜੇ ਰਹਿੰਦੇ ਸੀ ਹਰ ਵੇਲੇ ਸ਼ਬਦ ਦੇ ਨਾਲ, ਜਿਸ ਨੂੰ ਕਹਿੰਦੇ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ। ਉਹ ਤੇ ਸਵਾਸ ਸਵਾਸ ਜਪਣ ਵਾਲੇ ਸੀ। ਧਿਆਨ ਦੇਣਾ, ਉਹਨਾਂ ਦੀ ਤੇ ਜੋੜਾ ਗੰਢਣ ਦੇ ਵਿੱਚ ਵੀ ਬਰਕਤਾਂ ਨੇ। ਉਹ ਵੀ ਨਾਮ ਦਾ ਪ੍ਰਵੇਸ਼ ਹੈ। ਧਿਆਨ ਦੇਣਾ, ਬੜੀ ਵਾਰੀ ਤੁਸੀਂ ਸਰਵਣ ਕੀਤਾ, ਜਿਵੇਂ ਅਸੀਂ ਪ੍ਰਸ਼ਾਦਾ ਬਣਾਉਂਦੇ ਹਾਂ, ਨਾਮ ਜਪਦੇ, ਵਾਹਿਗੁਰੂ ਰਾਮ ਰਾਮ ਕਰਦੇ, ਲੰਗਰ ਪਾਣੀ ਬਣਾਓ ਤੇ ਉਹਦੇ ਵਿੱਚ ਬਰਕਤ ਤੇ ਬੜੀ 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 ਵੱਡੀ ਇੱਕ ਚੀਜ਼ ਵਸਤੂ ਹੁੰਦੀ ਹੈ ਜਿਸ ਨੂੰ ਅਸੀਂ ਬਿਆਨ ਨਹੀਂ ਕਰ ਸਕਦੇ। ਇਸ ਕਰਕੇ ਜੇ ਕੋਈ ਕਿਰਤੀ ਕਿਰਤ ਕਰਦਾ, ਉਸ ਕਿਰਤ ਦੇ ਦੌਰਾਨ ਵੀ ਉਹ ਰੱਬ ਨਾਲ ਜੁੜਿਆ, ਉਹਦੀ ਤਿਆਰ ਕੀਤੀ ਹੋਈ ਚੀਜ਼ ਵੀ ਵਾਹਿਗੁਰੂ ਵਾਹਿਗੁਰੂ ਕਰੇਗੀ। ਜੇ ਕੋਈ ਹਲ ਵਾਹੁੰਦਾ ਹੋਇਆ ਨਾਮ ਜਪਦਾ, ਜੇ ਕੋਈ ਕੱਪੜੇ ਸਿਉਂਦਾ ਹੋਇਆ ਨਾਮ ਜਪਦਾ, ਜੇ ਕੋਈ ਗੱਡੀ ਚਲਾਉਂਦਾ ਹੋਇਆ ਨਾਮ ਵਾਹਿਗੁਰੂ ਵਾਹਿਗੁਰੂ ਜਪਦਾ, ਤੇ ਜਿਹੜੀ ਉਹਦੀ ਕਿਰਤ ਹੈ ਉਹ ਵੀ ਇੱਕ ਭਗਤੀ ਬਣ ਜਾਏਗੀ। ਤੁਸੀਂ ਬੜੀ ਵਾਰ ਸੁਣਿਆ ਵੀ ਸੱਚੀ ਸੁੱਚੀ ਕਿਰਤ ਰੱਬ ਦੀ ਪੂਜਾ। ਪ੍ਰੋਫੈਸਰ ਸਾਹਿਬ ਸਿੰਘ ਨੇ ਇਹ ਆਪਣਾ ਤੱਤ ਵਿਚਾਰ ਰੱਖਿਆ। ਸੋ ਕਿਰਤ ਵੀ ਪੂਜਾ ਹੈ, ਸਾਡੀ ਕਿਰਤ ਵੀ ਪੂਜਾ ਹੈ। ਜੇ ਇਸ ਨੂੰ ਕੋਈ ਬਣਾਉਣਾ ਚਾਹੇ, ਭਗਤ ਰਵਿਦਾਸ ਜੀ ਦੀ ਕਿਰਤ ਵੀ ਜਿਹੜੀ ਹੈ ਉਹ ਬੰਦਗੀ ਹੈ, ਉਹ ਪੂਜਾ ਹੈ, ਕਿਉਂਕਿ ਉਹਦੇ ਵਿੱਚ ਰਾਮ ਦਾ ਨਾਮ, ਉਹ ਰਾਮ ਦੇ ਨਾਮ ਨਾਲ ਜੁੜੇ ਰਹਿੰਦੇ ਨੇ। ਉਸ ਪੰਡਤ ਦਾ ਜੋੜਾ ਗੰਢਿਆ, ਉਸ ਨੂੰ ਦੇ ਦਿੱਤਾ। ਪੰਡਤ ਕਹਿੰਦਾ ਹਾਂ ਕਿੰਨੇ ਪੈਸੇ? ਭਗਤ ਜੀ ਕਹਿੰਦੇ ਪੈਸੇ ਨਹੀਂ ਲੈਣੇ। ਜਿਵੇਂ ਤੁਸੀਂ ਪਹਿਲਾਂ ਵੀ ਬੇਨਤੀ ਸਰਵਣ ਕੀਤੀ ਹੈ, ਵਾਕਿਆ ਇਸ ਕਰਕੇ ਬਾਪੂ ਨੇ ਕੀਤਾ ਸੀ, ਤੂੰ ਪ੍ਰੋਪਰ ਕਿਸੇ ਕੋਲੋਂ ਪੈਸੇ ਵੀ ਨਹੀਂ ਲੈਂਦਾ, ਖਰਚਾ ਕਿੱਦਾਂ ਚੱਲੇਗਾ? ਭਗਤ ਜੀ ਨੂੰ ਕੋਈ ਦੇ ਜਾਵੇ ਤੇ ਲੈ ਲੈਂਦਾ, ਨਹੀਂ ਕਹਿੰਦੇ ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਤੇ ਜਦੋਂ ਅਸੀਂ ਕਹਿ ਦਈਏ ਨਾ ਕਿਸੇ ਨੂੰ ਵੀ ਕੋਈ ਗੱਲ ਨਹੀਂ, ਰਹਿਣ ਦਿਓ ਪੈਸੇ, ਭਗਤ ਜੀ ਕਹਿੰਦੇ ਪਰ ਇੱਕ ਮੇਰਾ ਕੰਮ ਕਰਦੀ ਥੋੜਾ ਛੋਟਾ ਜਿਹਾ। ਜਦੋਂ ਹੁਣ ਕਿਸੇ ਨੂੰ ਅਸੀਂ ਪੈਸੇ ਨਾ ਦਿੱਤੇ ਹੋਣ ਤੇ ਫਿਰ ਉਹਦਾ ਛੋਟਾ ਜਿਹਾ ਕੰਮ ਬੰਦਾ ਇੱਕਦਮ ਕਹਿੰਦਾ ਹਾਂ ਵੀ ਕਿਉਂ ਨਹੀਂ ਦੱਸੋ ਤੁਸੀਂ, ਤੁਹਾਡਾ ਕੰਮ ਮੈਂ ਕਰਾਂਗਾ। ਕਹਿੰਦੇ ਕਿੱਥੇ ਚੱਲੇ ਹੋ? ਕਹਿੰਦੇ ਗੰਗਾ ਚੱਲੇ। ਕਾਹਦੇ ਲਈ? ਨਹਾਉਣ ਦੇ ਲਈ। ਅੱਛਾ, ਪੁੰਨ ਦਾਨ ਕਰਨ ਦੇ ਲਈ। ਚਲੋ ਮੇਤੋਂ ਤੇ ਜਾਇਆ ਨਹੀਂ ਜਾਂਦਾ, ਏਦਾਂ ਕਰਿਓ ਕੁਝ ਮੇਰੀ ਭੇਟਾ ਵੀ ਲੈ ਜਾਓ। ਉਹ ਆਪਣੀ ਗੰਗਾ ਮਈਆ ਜਾਂ ਗੰਗਾ ਮਾਂ ਨੂੰ ਨਾ ਭੇਟ ਕਰ ਦੇਣੀ। ਪਰ ਮੇਰੀ ਇੱਕ ਬੇਨਤੀ ਹੈ ਪੰਡਤ ਜੀ, ਜਿਹੜੀ ਮੇਰੀ ਭੇਟਾ, ਜਿਹੜੀ ਮੇਰੀ ਦਮੜੀ ਹੈ ਨਾ, ਇਹ ਜੇ ਗੰਗਾ ਆਪ ਖੁਦ ਮੰਗੇ ਤੇ ਉਹ ਤਾਂ ਦੇਣੀ ਹੈ, ਉੱਦਾਂ ਤੁਸੀਂ ਐਵੇਂ ਨਹੀਂ ਸੁੱਟ ਦੇਣੀ ਵਿੱਚ। ਲੋਕੀ ਦਰਿਆਵਾਂ ਵਿੱਚ ਅਨਾਜ ਰੋੜਦੇ ਨੇ, ਪੈਸੇ ਰੋੜਦੇ ਨੇ, ਨਾਲੀਅਲ ਰੋੜਦੇ ਨੇ, ਉਹਦੇ ਵਿੱਚ ਨਹੀਂ ਰੋੜਨੇ ਚਾਹੀਦੇ। ਜਿੰਨੇ ਦਾ ਨਾਰੀਅਲ ਆਉਂਦਾ ਓਨੇ ਦਾ ਕੋਈ ਲੰਗਰ ਪਾਣੀ ਕਿਸੇ ਗਰੀਬ ਮੰਗਤੇ ਨੂੰ ਛਕਾ ਦੇਣਾ ਚਾਹੀਦਾ ਹੈ। ਜਲ ਨੂੰ ਗੰਦਾ ਕਰਨ ਦੇ ਲਈ ਗੁਰੂ ਨਾਨਕ ਮਹਾਰਾਜ ਜੀ ਨੇ ਵਰਜਿਤ ਕੀਤਾ ਹੈ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਜਿਹੜੇ ਜੋਤਸ਼ੀ ਲੋਕ ਸਾਨੂੰ ਸਤਨਾਜਾ ਜਾਂ ਹੋਰ ਕਈ ਪੁੱਠੀਆਂ ਸਿੱਧੀਆਂ ਚੀਜ਼ਾਂ ਜਲ ਵਿੱਚ ਰੋੜਨ ਦੇ ਲਈ ਗੰਦਲਾ ਕਰਦੇ, ਮੈਂ ਤੇ ਕਹਿੰਦਾ ਵੀ ਉਹਨਾਂ ਤੇ ਵੀ ਜਿਹੜਾ ਇਸ ਤਰ੍ਹਾਂ ਕਹਿੰਦਾ ਨਾ ਉਹਨੂੰ ਪਕੜਿਆ ਜਾਏ, ਜਿਹੜਾ ਜਲ ਵਿੱਚ ਪ੍ਰਵਾਹ ਕਰਦਾ, ਕਿਉਂਕਿ ਕਾਨੂੰਨ ਹੈ ਜਲ ਨੂੰ ਗੰਦਾ ਕਰਨਾ, ਕਾਨੂੰਨ ਵੱਲ ਬਣ ਚੁੱਕਾ ਹੈ। ਤੇ ਜਿਹੜਾ ਉਹਨਾਂ ਨੂੰ ਗਾਈਡ ਕਰਦਾ ਜਲ ਨੂੰ ਗੰਦਾ ਕਰਦੇ, ਉਹਨੂੰ ਵੀ ਅਰੈਸਟ ਕਰਨਾ ਚਾਹੀਦਾ। ਵੈਸੇ ਧਾਰਾ ਉੱਤੇ ਵੀ ਲੱਗਦੀ ਹੈ,
ਹੋ ਜਾਣਾ ਕਿਸੇ ਨਾ ਕਿਸੇ ਦਿਨ। ਜਲ ਨੂੰ ਗੰਦਾ ਕਰਨਾ ਸਾਡੀ ਗੁਰਮਤ ਇਜਾਜ਼ਤ ਨਹੀਂ ਦਿੰਦੀ। ਭਗਤ ਜੀ ਕਹਿੰਦੇ ਮੇਰੀ ਭੇਟਾ ਜਲ ਵਿੱਚ ਸੁੱਟਣੀ ਨਹੀਂ ਗੰਗਾ ਦੇ ਵਿੱਚ, ਜੇ ਹੱਥ ਕੱਢ ਕੇ ਮੰਗੇ ਤੇ ਦੇ ਦੇਣੀ। ਉਹ ਪੰਡਤ ਸੋਚਦਾ ਵੀ ਪਤਾ ਨਹੀਂ ਇਹਦਾ ਕਿੱਦਾਂ ਦਾ ਭਾਈ ਦਾ ਦਿਮਾਗ ਹੈ। ਕਰੋੜਾਂ ਅਰਬਾਂ ਲੋਕ ਗੰਗਾ ਤੇ ਚਲੇ ਗਏ, ਉਹ ਤੇ ਵਿੱਚ ਜਲ ਪ੍ਰਵਾਹ ਕਰਦੇ ਨੇ। ਏਦਾਂ ਕਦੀ ਹੋਇਆ ਵੀ ਉਸ ਗੰਗਾ ਨੇ ਆਪ ਹੱਥ ਕੱਢ ਕੇ ਤੇ ਕਿਸੇ ਦੀ, ਉਹ ਵੀ ਤੇਰੇ ਸ਼ੂਦਰ ਦੀ ਭੇਟਾ, ਚਮਾਰ ਦੀ ਭੇਟਾ, ਤੇਰੇ ਤੋਂ ਤੇ 10 ਫੁੱਟ ਮੈਂ ਦੂਰ ਜੁੱਤੀ ਗੰਢਾਈਏ ਖੜਾ ਹੋ ਕੇ, ਤੇਰੀ ਭੇਟਾ ਉਹ ਗੰਗਾ ਮਈਆ ਇੰਨੀ ਪਵਿੱਤਰ, ਤੇਰੀ ਭ੍ਰਿਸ਼ਟ ਦੀ ਭੇਟਾ। ਉਹਦੇ ਮਨ ਦੇ ਵਿੱਚ ਇਹ ਖਿਆਲ ਹੈ। ਉਹ ਸਮਝਦੇ ਸੀ ਉਸ ਸਮੇਂ, ਜੇ ਨਾ ਇੰਝ ਸਮਝਦਾ ਹੁੰਦਾ ਤੇ ਕੁਝ ਫੁੱਟ ਦੀ ਦੂਰੀ ਤੋਂ ਜੋੜਾ ਨਾ ਗੰਢਾਉਂਦਾ, ਕੋਲ ਬਹਿ ਜਾਂਦਾ, ਹੋ ਸਕਦਾ ਕੁਛ ਗਿਆਨ ਮਿਲ ਜਾਂਦਾ। ਹੁਣ ਪੰਡਤਾਂ ਦਾ ਸਮੂਹ ਉੱਥੇ ਪਹੁੰਚਿਆ, ਸਾਰਿਆਂ ਨੇ ਜੋ ਵੀ ਉੱਥੇ ਕਰਨਾ ਸੀ ਆਪਣਾ ਕਰਮ ਕੀਤਾ। ਤੇ ਹੁਣ ਪੰਡਤ ਨੇ ਆਪਣੀ ਵੀ ਭੇਟਾ ਜੋ ਸੀ ਗੰਗਾ ਦੇ ਵਿੱਚ ਭੇਟ ਕਰ ਦਿੱਤੀ। ਉਹ ਉਹਨੂੰ ਯਾਦ ਆਇਆ, ਲੈ ਬਈ ਮੁੜ ਕੇ ਉਹ ਕਿਧਰੇ ਪਾਓ ਮਿਲ ਪਿਆ ਮੈਨੂੰ ਰਾਹ ਵਿੱਚ ਜੁੱਤੀਆਂ ਗੰਢਣ ਵਾਲਾ, ਕਿਧਰੇ ਪੁੱਛਣਾ ਲੈ ਵੀ ਮੇਰੀ ਭੇਟਾ ਫੜਾਇਆ ਸੀ। ਤੇ ਗੰਗਾ ਦੇ ਅੱਗੇ ਸਨਮੁਖ ਹੋ ਕੇ ਕਹਿੰਦਾ ਪੰਡਤ, ਚਲੋ ਜਿੱਦਾਂ ਉਹਨੇ ਮੈਨੂੰ ਕਿਹਾ ਮੈਂ ਉਸੇ ਤਰ੍ਹਾਂ ਹੀ ਕਰਕੇ ਵੇਖ ਲੈਣਾ। ਨਾਉ ਨੇ ਆਇਆ ਸੰਗ ਮਿਲ ਬਨਾਸ ਕਰ, ਗੰਗਾ ਥੇਟਾ ਕੱਢ ਕਸੀਰਾ ਸੌਂਪਿਆ ਰਵਿਦਾਸੇ ਗੰਗਾ ਦੀ ਭੇਟਾ। ਲੱਗਾ ਪੁਰਬ ਅਬੀਚ ਦਾ ਡਿੱਠਾ ਚਲਤ ਅਚਰਜ ਡੀਠਾ, ਲੱਗਾ ਪੁਰਬ ਅਬੀਚ ਦਾ ਡਿੱਠਾ ਚਲਤ ਅਚਰਜ ਅਮੇਟਾ। ਲਿਆ ਕਸੀਰਾ ਹੱਥ ਕੱਢ ਸੂਤ ਇੱਕ ਜਿਉ ਤਾਣਾ ਭੇਟਾ। ਗੰਗਾ ਨੂੰ ਕਹਿੰਦਾ ਪੰਡਤ, ਪਤਾ ਨਹੀਂ ਪਈ ਗੰਗਾ ਮਈਆ ਕਿਹੜਾ ਭੋਲਾ ਭਾਲਾ ਹੈ ਵੀ ਤੈਨੂੰ ਕਹਿੰਦਾ ਵੀ ਆਪ ਜਿਹੜਾ ਹੈ ਨਾ, ਤੂੰ ਆਪ ਹੱਥ ਕੱਢ ਕੇ ਜੇ ਮੰਗੇਂਗੀ ਤੇ ਭੇਟਾ ਦੇਣੀ, ਉੱਦਾਂ ਨਹੀਂ ਦੇਣੀ। ਦੇਖੋ ਕਿੱਦਾਂ ਦੀਆਂ ਭੋਲੀਆਂ ਗੱਲਾਂ ਕਰਦਾ। ਇਹਨੂੰ ਤੇ ਕਹਿੰਦੇ ਨੇ ਭੋਲੇ ਭਾਏ ਮਿਲੇ ਰਗਰਾਇਆ, ਇਹਨੂੰ ਤੇ ਕਹਿੰਦੇ ਨੇ। ਤੇ ਕਹਿੰਦੇ ਨੇ ਜਦੋਂ ਇਸ ਤਰ੍ਹਾਂ ਬਚਨ ਕੀਤਾ, ਇਸ ਤਰ੍ਹਾਂ ਬਚਨ ਕੀਤਾ ਤੇ ਉਸ ਗੰਗਾ ਦੇ ਵਿੱਚੋਂ ਇਸ ਤਰ੍ਹਾਂ ਹੀ ਹੋਇਆ। ਹੁਣ ਤਰਕ ਕਰਨ ਵਾਲੇ ਕਹਿ ਸਕਣਗੇ ਭਾਈ ਸਾਹਿਬ ਜਿਹੜੇ ਕਥਾ ਕਰਦੇ ਨੇ ਇਹ ਵੀ ਐਵੇਂ ਗੋਲ ਮੋਲ ਗੱਲਾਂ ਕਰਦੇ ਨੇ। ਪਹਿਲੀ ਗੱਲ ਤੇ ਕਈਆਂ ਪੁਸਤਕਾਂ ਤੇ ਲਿਖਿਆ, ਦੂਜੀ ਗੱਲ ਹੈ ਤੇ ਭਾਈ ਗੁਰਦਾਸ ਜੀ ਦੀ ਵਾਰ 10ਵੀਂ ਤੇ ਪੌੜੀ 17ਵੀਂ ਇਹ ਪੜ੍ਹ ਲੈਣਾ। ਇੱਕ ਹੋਰ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਕਤੀ ਹੈ, ਤੀਰਥ ਵੱਡਾ ਕੇ ਹਰ ਕਾ। ਹਾਂ, ਕਿਹੜਾ ਵੱਡਾ ਭਗਤ ਵੱਡਾ ਹੈ? ਤੀਰਥ ਵੱਡਾ ਕਿ ਹਰ ਕਾ ਦਾਸ। ਤੀਰਥ ਅੰਦਰ ਹੈ ਉਹਦੇ ਤੀਰਥ ਅੰਦਰ ਹੈ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਤੀਰਥ ਵੱਡਾ ਕਿ ਹਰ ਕਾ ਦਾਸ। ਕਹਿੰਦੇ ਸੱਚਮੁੱਚ ਜਦੋਂ ਏਦਾਂ ਦਾ ਅਚਰਜ ਹੋਇਆ, ਗੰਗਾ ਨੇ ਤੇ ਭੇਟਾ ਹੁਣ ਲੈ ਲਈ। ਪੰਡਤ ਦੇ ਪੈਰਾਂ ਹੱਥ ਹੇਠੋਂ ਜ਼ਮੀਨ ਨਿਕਲ ਗਈ। ਸਾਡੇ ਤੇ ਬਜ਼ੁਰਗ ਮਰ ਗਏ, ਇੱਥੇ ਆ ਕੇ ਏਦਾਂ ਦਾ ਕਦੀ ਕੌਤਕ ਨਹੀਂ ਹੋਇਆ। ਇੱਕ ਸ਼ੂਦਰ ਇਨਸਾਨ ਦੀ ਭੇਟਾ ਗੰਗਾ ਮਈਆ ਨੇ ਆਪ ਲੈ ਲਈ। ਇਹ ਕੌਤਕ ਕੀ ਹੈ? ਇਹ ਕੌਤਕ ਕੀ ਹੈ? ਬਸ ਉਹ ਦਿੱਤੀ ਭੇਟਾ ਤੇ ਹੁਣ ਹੱਥ ਜੋੜਦਾ, ਆਗਿਆ ਦੇ ਗੰਗਾ ਜਾਵਾਂ। ਕਹਿੰਦੀ ਇੱਦਾਂ ਨਹੀਂ, ਨਿਸ਼ਾਨੀ ਦਿੰਨੀ ਆ ਤੈਨੂੰ, ਤੂੰ ਹੁਣ ਨਿਸ਼ਾਨੀ ਲੈ ਜਾਈਂ ਭਗਤ ਵਾਸਤੇ। ਜਿਵੇਂ ਅਸੀਂ ਜਾਈਦਾ ਨਾ ਪ੍ਰਸ਼ਾਦ ਲੈ ਕੇ ਆਈਦਾ, ਹੇਮਕੁੰਟ ਸਾਹਿਬ ਜਾਈਦਾ, ਹਜ਼ੂਰ ਸਾਹਿਬ ਜਾਈਦਾ, ਉਹ ਛੋਟੀਆਂ ਪੁੜੀਆਂ 'ਚ ਦਿੰਦੇ ਆ ਨਾ, ਫਿਰ ਆ ਕੇ ਵੰਡੀ ਦਾ ਵੀ ਹੈ। ਗੰਗਾ ਕਹਿੰਦੀ ਮੇਰਾ ਉਹ ਭਗਤ ਹੈ, ਹੁਣ ਮੇਰੀ ਵੀ ਨਿਸ਼ਾਨੀ ਤੂੰ ਲੈ ਜਾਈਂ। ਤੇ ਕਹਿੰਦੇ ਨੇ ਇੱਕ ਬੜਾ ਹੀਰਿਆਂ ਦਾ ਮਹਿੰਗਾ ਕੀਮਤੀ ਕੰਗਣ ਉਸ ਨੂੰ ਮਿਲਿਆ, ਔਰ ਉਸਨੇ ਉਹ ਕੰਗਣ ਜਦੋਂ ਲਿਆ, ਜਦੋਂ ਉਸਨੇ ਉਹ ਕੰਗਣ ਲਿਆ, ਉਸ ਕੰਗਣ ਨੂੰ ਦੇਖਿਆ ਔਰ ਦੇਖਿਆ ਵੀ ਤੇ ਹੀਰਿਆਂ ਵਾਲਾ ਕੰਗਣ, ਇਹ ਤੇ ਏਡਾ ਮਹਿੰਗਾ ਹੈ। ਅਰਦਾਸ ਦੀ ਛੰਨ ਵੱਲ ਕੀ ਜਾਣਾ, ਘਰੇ ਚੱਲ ਪਾਓ। ਉਹਨੂੰ ਕਾਹਦੇ ਵਾਸਤੇ ਦੇਣਾ? ਉਹ ਹੈ ਹੀ ਸਿੱਧਾ ਜਿਹਾ ਬੰਦਾ, ਉਹਨੂੰ ਕਾਹਦੇ ਵਾਸਤੇ ਦੇਣਾ? ਇਹ ਆਪ ਹੀ ਲੈ ਜਾਂਦੇ ਆ। ਲੱਭ ਕੁੱਤਾ, ਲੋਭੀ ਬੰਦਾ ਕੁੱਤਾ ਹੈ ਮਹਾਰਾਜ ਜੀ ਕਹਿੰਦੇ, ਜਦੋਂ ਮਰਜੀ ਭੌਂਕ ਪਏਗਾ। ਬਾਣੀ 'ਚ ਲਿਖਿਆ ਗੁਰੂ ਨਾਨਕ ਮਹਾਰਾਜ ਜੀ ਨੇ ਸ੍ਰੀ ਰਾਗ ਵਿੱਚ, ਜਦੋਂ ਲੋਭ ਰੂਪੀ ਕੁੱਤਾ ਅੰਦਰੋਂ ਭੌਂਕਦਾ ਛੇਵੇਂ ਪਾਤਸ਼ਾਹ ਨੂੰ ਵੀ ਮਾਰਨ ਦੀ ਵਿਉਂਤ ਬਣਾ ਲੈਂਦਾ ਹੈ। ਕੌਣ? ਤਾਇਆ ਪ੍ਰਿਥਵੀ ਚੰਦ।
ਕਦੀ ਕਹਿੰਦਾ ਇਹਨੂੰ ਆਹ ਚੀਜ਼ ਪਾ ਕੇ ਮਾਰ ਦਿਓ। ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਕਦੀ ਇਸ ਤਰ੍ਹਾਂ ਨੁਕਸਾਨ ਕਰ ਦਿਓ, ਕਦੀ ਸੱਪ ਲੜਾ ਕੇ ਖਤਮ ਕਰ ਦਿਓ। ਇਹ ਉਹਦੇ ਅੰਦਰ ਕਿਹੜਾ ਲੋਭ ਜਿਹੜਾ ਰਿਸ਼ਤੇ ਨਹੀਂ ਦੇਖਦਾ। ਲੋਭ ਕਿਸੇ ਦੇ ਅੰਦਰ ਵੀ ਪੈਦਾ ਹੋਵੇ, ਭਾਈ ਭਾਈ ਨੂੰ ਨਹੀਂ ਦੇਖਦਾ। ਧਿਆਨ ਦੇਣਾ, ਭੈਣ ਭੈਣ ਨੂੰ ਨਹੀਂ ਦੇਖਦੀ। ਜਦੋਂ ਕਿਸੇ ਦੇ ਅੰਦਰ ਲੋਭ ਪੈਦਾ ਹੁੰਦਾ ਹੈ ਨਾ, ਉਹ ਦੂਜੇ ਨੂੰ ਠੱਗ ਲੈਂਦਾ ਹੈ, ਦੂਜੇ ਨੂੰ ਠੱਗ ਲੈਂਦਾ ਹੈ। ਕੋਈ ਗੁਰਮੁਖ ਸੁਣਾਉਂਦੇ, ਕਹਿੰਦੇ ਸਾਹਨੇਵਾਲ ਪਿੰਡ ਦੋਨੇ ਭੈਣ ਭਰਾ ਤੇ 17 ਕਿੱਲੇ ਜ਼ਮੀਨ। ਭੈਣ ਤੇ ਭਨੋਈਏ ਨੇ ਭਰਾ ਨੂੰ ਖਤਮ ਕਰਾ ਦਿੱਤਾ 17 ਕਿੱਲੇ ਜ਼ਮੀਨ ਦੀ ਖਾਤਰ। ਜਦੋਂ ਅਰੈਸਟ ਕਰਕੇ ਪੁਲਿਸ ਨੇ ਗੁੱਥੀ ਸੁਲਝਾਈ ਤੇ ਵਿੱਚੋਂ ਆ ਨਿਕਲਿਆ ਲੱਭ ਕੁੱਤਾ ਭੌਂਕਦਾ। ਲੋਭ ਰੂਪੀ ਕੁੱਤਾ ਆਪਣੀ ਭਰਾਈ ਦੀ ਪਛਾਣ ਨਹੀਂ ਕਰਦਾ, ਉਹ ਠੱਗ ਲੈਂਦਾ। ਉਹ ਨਹੀਂ ਦੇਖਦਾ ਵੀ ਇਹ ਮੇਰਾ, ਉਹ ਨਹੀਂ ਦੇਖਦਾ। ਉਹ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਵੀ ਮਾਰਨ ਤੱਕ ਜਾਂਦਾ ਹੈ। ਉਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅੰਮ੍ਰਿਤਸਰ ਗਿਆਂ ਦੇ ਗੋਲੀ ਮਾਰ ਦਿੰਦਾ ਹੈ। ਗੋਲੀ ਕਿਸ ਨੂੰ ਬਚਾਉਣ ਲਈ ਮਾਰਦੇ ਨੇ? ਇਹ ਲੋਭੀ, ਲੋਭ ਦਾ ਗਰਸਿਆ ਗੋਲੀ ਕਿਉਂ ਮਾਰਦਾ? ਇਹ ਖਤਮ ਹੋ ਜਾਏ ਤੇ ਨਵੇਂ ਨਾਨਕ ਦੇ ਰੂਪ ਦੇ ਵਿੱਚ ਧੀਰ ਮਲੀਏ ਬਹਿ ਜਾਂਦੇ। ਇਹ ਹੈ ਲੋਭ। ਤੇ ਇਸ ਨੂੰ ਲੋਭ ਜਾਗ ਗਿਆ, ਇਸ ਬ੍ਰਾਹਮਣ ਪੰਡਿਤ ਨੂੰ ਲੋਭ ਜਾਗਿਆ। ਇੰਨੇ ਉਹ ਜਿਹੜਾ ਸੀ ਕੰਗਣ ਘਰ ਲੈ ਗਿਆ। ਪੰਡਤਾਣੀ ਨੂੰ ਕਹਿੰਦਾ ਤੂੰ ਪਾ ਖਾਂ, ਇੰਨਾ ਕੀਮਤੀ ਆਪਣੀ ਵਹੁਟੀ ਨੂੰ ਦੇ ਦਿੱਤਾ ਜਾ ਕੇ। ਤੇ ਫਿਰ ਹੁਣ ਜਦੋਂ ਔਰਤ ਨੂੰ ਕੋਈ ਚੀਜ਼ ਮਿਲੇ ਨਾ, ਖਾਸ ਕਰਕੇ ਫਿਤਰਤ ਹੁੰਦੀ ਹੈ, ਕਿਸੇ ਨੇ ਕੋਈ ਸੂਟ ਹੀ ਸਵਾਇਆ ਹੋਵੇ ਨਾ ਕੋਈ 500 ਦਾ, ਤੇ ਵਧਾ ਚੜਾ ਕੇ ਦੱਸਣਾ ਵੀ ਇਹ ਤੇ ਮੈਂ ਇੰਨੇ ਦਾ ਲਿਆ, ਇਹ ਤੇ ਇੰਨੇ ਦਾ। ਚਾਹੇ ਕੋਈ ਵੀ ਹੈ, ਚਾਹੇ ਕੋਈ ਮਨੁੱਖ ਹੈ, ਚੀਜ਼ ਉਸਨੇ ਖਰੀਦੀ ਹੋਵੇ ਉਹਨੂੰ ਵਧਾ ਚੜਾ ਕੇ ਦੱਸਦਾ ਹੈ। ਉਹ ਪੰਡਤਾਣੀ ਤੇ ਹੁਣ ਗੁਆਂਢੀਆਂ ਨੂੰ ਦੱਸਦੀ ਫਿਰੇ, ਔਰਤਾਂ ਨੂੰ ਦੱਸਦੀ ਫਿਰੇ, ਆ ਦੇਖ ਕਿੰਨਾ ਕੀਮਤੀ ਕੰਗਣ। ਗੱਲ ਪਹੁੰਚਦੀ ਨਾ ਰਾਜੇ ਕੋਲ ਪਹੁੰਚੀ। ਕਹਿੰਦੇ ਇਹਨੇ ਲੱਗਦਾ ਚੋਰੀ ਕੀਤੀ ਹੈ, ਚੋਰੀ ਕੀਤੀ ਲੱਗਦੀ, ਇਹਦੇ ਕੋਲੋਂ ਕਿੱਥੋਂ ਇੰਨਾ ਮਹਿੰਗਾ ਕੰਗਣ ਆ ਸਕਦਾ ਹੈ। ਰਾਜੇ ਨੇ ਉਸ ਨੂੰ ਤੇ ਉਸ ਦੀ ਘਰਵਾਲੀ ਨੂੰ ਬੁਲਾ ਲਿਆ। ਕਹਿੰਦੇ ਫਾਂਸੀ ਤੇ ਲਟਕਾ ਦੇਾਂਗੇ। ਧਿਆਨ ਦੇਣਾ, ਕਿਸੇ ਕੋਲ ਨਜਾਇਜ਼ ਸੰਪਤੀ ਦਾ ਪਤਾ ਲੱਗ ਜਾਏ, ਇਨਕਮ ਟੈਕਸ ਵਾਲਿਆਂ ਨੂੰ, ਵਿਜੀਲੈਂਸ ਵਾਲਿਆਂ ਨੂੰ ਬੁਰਾ ਹਾਲ ਕਰ ਦਿੰਦੇ ਨੇ। ਕਿਸੇ ਦੀ ਆਮਦਨ ਤੋਂ ਵੱਧ ਪ੍ਰਾਪਰਟੀ ਸ਼ੋਅ ਹੋ ਜਾਵੇ ਨਾ, ਤੇ ਜਿਹੜੀਆਂ ਸਰਕਾਰਾਂ ਨੇ ਉਹ ਸ਼ਿਕੰਜਾ ਕੱਸ ਦਿੰਦੀਆਂ ਨੇ। ਉਸ ਸਮੇਂ ਸੀ ਰਾਜੇ, ਕਿਸੇ ਦੇ ਕੋਲ ਕੀਮਤੀ ਚੀਜ਼ ਆ ਜਾਣੀ, ਉਹ ਪੁੱਛਦਾ ਜ਼ਰੂਰ ਹੈ। ਰਾਜਾ ਪੁੱਛਦਾ ਹੈ ਉਸ ਪੰਡਤ ਨੂੰ, ਕਹਿੰਦਾ ਵੀ ਸੱਚ ਦੱਸ ਕਿਹਦੀ ਚੋਰੀ ਕੀਤੀ? ਕਹਿੰਦਾ ਮਹਾਰਾਜ ਜੀ ਮੈਂ ਚੋਰੀ ਨਹੀਂ ਕੀਤੀ। ਕਹਿੰਦੇ ਦੇਖ ਲੈ ਸਜ਼ਾ ਬੜੀ ਸਖਤ ਮਿਲੇਗੀ। ਹੁਣ ਫਸ ਗਿਆ ਵਿਚਾਰਾ, ਲੋਭ ਦੇ ਕਰਕੇ ਉਹ ਘਰ ਲੈ ਆਇਆ ਕੰਗਣ। ਕਹਿੰਦਾ ਮੈਨੂੰ ਆਗਿਆ ਦਿਓ। ਕਹਿੰਦੇ ਏਦਾਂ ਕਰ, ਫਿਰ ਤੂੰ ਇੱਕ ਕੰਗਣ ਹੈ, ਰਾਣੀ ਮੇਰੀ ਹੈ, ਉਹਨੂੰ ਮੈਂ 2 ਬਣਾ ਦਿੰਦਾ। ਕਿੰਨੇ ਪੈਸੇ ਤੈਨੂੰ ਚਾਹੀਦੇ? ਜਿੱਥੋਂ ਬਣਾਇਆ ਨਾ ਉੱਥੋਂ ਬਣਾ ਕੇ ਲਿਆ, ਵਾਧੂ ਪੈਸੇ ਦੇਵਾਂਗਾ ਤੈਨੂੰ। ਰਾਜਾ ਕਹਿੰਦਾ ਹੁਣ ਉਹ ਕੀ ਦੱਸੇ ਵੀ ਮੈਂ ਤੇ ਇਹਦੇ ਹੇਰਾ ਫੇਰੀ ਦੇ ਨਾਲ ਕੰਗਣ ਜਿਹੜਾ ਹੈ ਇਹ ਤੇ ਰਵਿਦਾਸ ਮਹਾਰਾਜ ਜੀ ਨੂੰ ਗੰਗਾ ਨੇ ਦਿੱਤਾ ਸੀ, ਉਹਨੂੰ ਭੇਟ ਕਰਨਾ ਸੀ, ਤੇ ਮੈਂ ਆਪਣੇ ਘਰੇ ਲੈ ਆਇਆ। ਕਹਿੰਦਾ ਮੈਨੂੰ ਥੋੜ੍ਹੀ ਜਿਹੀ ਮੌਲਤ ਮੌਕਾ ਦਿਓ ਤੇ ਮੈਂ ਕੁਛ ਜੁਗਾੜ ਕਰਦਾ। ਭੱਜਾ ਗਿਆ ਭਗਤ ਰਵਿਦਾਸ ਮਹਾਰਾਜ ਜੀ ਦੇ ਅੱਗੇ। ਭਗਤ ਜੀ ਮਾਫ ਕਰ ਦਿਓ, ਮੇਰੇ ਕੋਲ ਤੇ ਭੁੱਲ ਹੋ ਗਈ, ਤੁਹਾਡੀ ਭੇਟਾ ਗੰਗਾ ਨੇ ਮਨਜ਼ੂਰ ਕੀਤੀ ਤੇ ਮੈਨੂੰ ਉਸ ਦੇ ਬਦਲੇ ਤੁਹਾਡੇ ਵਾਸਤੇ ਆਹ ਚੀਜ਼ ਦਿੱਤੀ। ਮੈਂ ਲੋਭੀ ਹੋ ਕੇ ਇਸ ਨੂੰ ਆਪ ਰੱਖ ਲਿਆ ਤੇ ਮੈਂ ਫਸ ਗਿਆ। ਮੈਨੂੰ ਹੁਣ ਛਡਾਓ, ਰਾਜ ਨੇ ਤੇ ਸਜ਼ਾ ਦੇ ਦੇਣੀ ਹੈ। ਮੈਨੂੰ ਇੱਦਾਂ ਕਰੋ, ਹੋਰ ਇੱਕ ਦਮੜੀ ਦੇ ਦਿਓ ਤੇ ਮੈਂ ਹੋਰ ਗੰਗਾ ਕੋਈ ਜਾਨਾ ਤੇ ਇੱਕ ਹੋਰ ਲੈ ਆਨਾ, ਜੋੜੀ ਬਣਾ ਕੇ ਰਾਜੇ ਨੂੰ ਦੇ ਦਿੰਦਾ। ਮੇਰੀ ਤੇ ਕੋਈ ਬੰਦ ਖਲਾਸੀ ਹੋ ਜੇ, ਮੈਂ ਤੇ ਛੁੱਟ ਜਾਵਾਂ। ਭਗਤ ਜੀ ਕਹਿੰਦੇ ਵੀ ਇਹ ਹੁਣ ਮੁੜ ਕੇ ਤੇ ਨਹੀਂ ਹੋਣਾ। ਇੱਦਾਂ ਕਰ, ਜਿਹੜਾ ਰਾਜਾ ਤੈਨੂੰ ਫੜ ਕੇ ਬੈਠਾ ਹੈ ਨਾ, ਤੈਨੂੰ ਸਜ਼ਾ ਦੇਣ ਲਈ ਬੈਠਾ, ਉਹਨੂੰ ਭੇਜ ਦੇ। ਫਿਰ ਚਿਤੌੜ ਦਾ ਰਾਜਾ ਪੀਪਾ ਇਹ ਆ ਕੇ ਭਗਤ ਰਵਿਦਾਸ ਜੀ ਦੀ ਦੱਸ ਪਈ। ਭਗਤ ਜਗ ਵੱਜਿਆ, ਚੌਚੱਕਾਂ ਦੇ ਵਿੱਚ ਚਮਰੇਟਾ। ਰਾਜਾ ਗਿਆ ਭਗਤ ਜੀ ਦੇ ਪਾਸ। ਮਹਾਰਾਜ ਜੀ ਜੋੜੇ ਗਣਦੇ ਨੇ ਤੇ ਇੱਕ ਮਿੱਟੀ ਦੇ ਭਾਂਡੇ ਦੇ ਵਿੱਚ ਪਾਣੀ ਪਿਆ ਜਿੱਥੇ ਚਮੜਾ ਡਬੋਇਆ।
ਰੰਬੀ ਦੇ ਨਾਲ ਕੱਟ ਕੇ ਉੱਥੋਂ ਜੁੱਤੀਆਂ ਸੀਂਦੇ ਨੇ, ਕੋਈ ਤੋਪੇ ਲਾਣੇ ਨੇ, ਕਿਤੇ ਜੋੜ ਲਾਣਾ ਉੱਥੋਂ ਕੱਟ ਕੇ ਤੇ ਉਹ ਚਮੜਾ ਲਾ ਦਿੰਦੇ ਨੇ। ਤੇ ਹੱਥ ਜੋੜ ਕੇ ਕਹਿੰਦਾ ਵੀ ਮਹਾਰਾਜ ਆ ਜਿਹੜਾ ਕੰਗਣ ਹੈ ਨਾ, ਮੇਰੀ ਇੱਛਾ ਹੈ ਵੀ ਇਸ ਤਰ੍ਹਾਂ ਦਾ ਕੰਗਣ ਮੈਨੂੰ ਹੋਰ ਦੇ ਦਿਓ, ਇਹ ਗੰਗਾ 'ਚੋਂ ਕਹਿੰਦੇ ਮਿਲਿਆ। ਚਲੋ ਮੇਰੇ ਨਾਲ ਗੰਗਾ ਤੇ ਜਾ ਕੇ ਭਗਤ ਜੀ, ਪੰਡਤ ਵੀ ਨਾਲ ਹੈ, ਇਹ ਦੂਜਾ ਕੰਗਣ ਵੀ ਇੱਕ ਲਾ ਦਿਓ, ਜੋੜੀ ਬਣ ਜਾਏਗੀ, ਸੋਹਣਾ ਲੱਗੇਗਾ। ਭਗਤ ਜੀ ਕਹਿੰਦੇ ਅੱਛਾ ਹੋਰ ਚਾਹੀਦਾ? ਗੰਗਾ ਤੇ ਨਹੀਂ ਅਸੀਂ ਜਾਣਾ, ਆ ਜਾਓ ਫਿਰ ਗੰਗਾ ਨੂੰ ਇੱਥੇ ਬੁਲਾ ਲਈਏ, ਗੰਗਾ ਨੂੰ ਇੱਥੇ ਬੁਲਾ ਲਈਏ। ਮਹਾਰਾਜ ਜੀ ਕਹਿੰਦੇ ਰਾਜੇ ਨੂੰ ਆ ਲੈ, ਜਿਸ ਕੱਚੇ ਭਾਂਡੇ ਦੇ ਵਿੱਚ ਚੰਮ ਡਬੋ ਕੇ ਤੇ ਉਹ ਜੋੜੇ ਗੰਢਦੇ ਸੀ ਜਾਂ ਬਣਾਉਂਦੇ ਸੀ ਕੁਛ, ਉਸ ਨੂੰ ਢੱਕ ਕੇ ਕਹਿੰਦੇ ਨਜ਼ਰ ਮਾਰੀ, ਇੱਕੋ ਹੀ ਚੱਕੀ। ਆਏ ਹਾਏ, ਇਹ ਹੁਣ ਆਪਾਂ ਕਹਾਂਗੇ ਇਹ ਕਿੱਦਾਂ ਹੋ ਸਕਦਾ ਹੈ? ਜਦੋਂ ਕੰਗਣ ਸੁੱਟ ਆਏ ਸੀ ਮਹਾਰਾਜ ਗੁਰੂ ਗੋਬਿੰਦ ਸਿੰਘ ਰਾਏ, ਗੋਬਿੰਦ ਰਾਏ ਜੀ, ਗੋਬਿੰਦ ਸਿੰਘ ਜੀ ਮਹਾਰਾਜ, ਮਾਤਾ ਕਹਿੰਦੇ ਕਿੱਥੇ ਕੜਾ ਕਹਿ ਦਈਏ, ਕੰਗਣ ਕਹਿ ਲਈਏ, ਦੂਜਾ ਵੀ ਭਗਾ ਕੇ ਮਾਰਿਆ। ਕਹਿੰਦੇ ਉਹ ਦੇਖ ਲਓ ਭਰਿਆ ਪਿਆ ਸਭ ਕੁਛ। ਇਹ ਤੇ ਉਹਨਾਂ ਦੀਆਂ ਬਾਤਾਂ ਉਹੀ ਜਾਣਨ, ਅਸੀਂ ਤੇ ਇਤਿਹਾਸ ਮੁਤਾਬਕ ਬੋਲਦੇ ਹਾਂ, ਪਰ ਉਸ ਅਵਸਥਾ ਵਿੱਚ ਪਹੁੰਚ ਕੇ ਸਾਰਾ ਬ੍ਰਹਿਮੰਡ ਹੀ ਨਿਰੰਕਾਰ ਲੱਗਦਾ, ਸਭ ਕੁਝ ਹੀ ਉਹ ਸੋਨਾ ਹੀ ਸੋਨਾ ਲੱਗਦਾ। ਜਿੱਦਾਂ ਦੀ ਦ੍ਰਿਸ਼ਟੀ ਉਹ ਰੱਬ ਬਣਾ ਦੇਵੇ ਉੱਦਾਂ ਹੀ ਦਿਖੇਗਾ, ਉਸ ਤਰ੍ਹਾਂ ਹੀ ਦਿਖੇਗਾ। ਉਹ ਜਿਵੇਂ ਜਨਾ ਦੇਵੇ, ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ। ਜਦ ਰਾਜੇ ਨੇ ਚੀਜ਼ ਦੇਖੀ, ਰਾਜਾ ਤੇ ਬਹੁਤ ਜ਼ਿਆਦਾ ਹੈਰਾਨ ਹੋ ਗਿਆ, ਉਹ ਵੀ ਹਿੱਲ ਗਿਆ ਵੀ ਇਹ ਕੀ ਹੈ? ਜਿਹੜੀ ਚੀਜ਼ ਕਿਸੇ ਨੇ ਸੋਚੀ ਨਾ ਹੋਵੇ ਤੇ ਜੇ ਉਸ ਦੇ ਨਾਲ ਹੋ ਜਾਏ ਤੇ ਉਹਨੇ ਹੈਰਾਨ ਤੇ ਹੋਣਾ ਹੀ। ਹੁਣ ਪਤਾ ਲੱਗ ਗਿਆ ਵੀ ਇਹ ਪੂਰਨ ਭਗਤ ਹੈ, ਇਹ ਪੂਰਨ ਭਗਤ ਹੈ। ਤੇ ਨਾਲ ਹੀ ਰਾਜੇ ਨੇ ਬੇਨਤੀ ਕੀਤੀ, ਫਿਰ ਹੁਣ ਮਹਾਂਪੁਰਖੋ ਤੁਹਾਡੇ ਪੂਰਨ ਹੋਣ ਦਾ ਪਤਾ ਤੇ ਲੱਗ ਗਿਆ, ਮੇਰੇ ਤੇ ਵੀ ਮਿਹਰ ਕਰ ਦਿਓ। ਇਹ ਰਾਜਾ ਪੀਪਾ ਹੱਥ ਜੋੜਦਾ, ਮੇਰੇ ਤੇ ਵੀ ਮਿਹਰ ਕਰ ਦਿਓ। ਤੇ ਤੁਸੀਂ ਅੱਗੇ ਵੀ ਇਹਦੇ ਬਾਰੇ ਸੁਣ ਲਿਆ, ਮੈਂ ਸ਼ਾਰਟਲੀ ਤੁਹਾਨੂੰ ਦੱਸ ਦੇਵਾਂ ਜੋ ਸ਼ਬਦ ਚੱਲ ਰਿਹਾ ਸੀ ਉਹਦੇ ਮੁਤਾਬਕ। ਕਹਿੰਦੇ ਅੱਛਾ ਤੈਨੂੰ ਕੀ ਚਾਹੀਦਾ? ਕਹਿੰਦੇ ਨਾਮਦਾਨ ਕੋਈ ਅੰਮ੍ਰਿਤ ਦੇ ਦਿਓ। ਉੱਥੋਂ ਹੀ ਉਹਨਾਂ ਨੇ ਚੂੜੀ ਭਰੀ ਜਿੱਥੇ ਉਹ ਪਾਣੀ ਸੀ, ਤੇ ਇਹਨੂੰ ਜਦੋਂ ਚੂੜੀ ਦਿੱਤੀ ਕਹਿੰਦਾ ਗੰਦਾ ਪਾਣੀ, ਇਹ ਕੀ ਕਰਦੇ ਪਏ ਨੇ? ਇਹ ਗੰਦਾ ਪਾਣੀ ਮੈਂ ਪੀਵਾਂ? ਇਹਦੇ ਵਿੱਚ ਨਾਮ ਦੀ ਬਰਕਤ ਹੈ, ਇਹਦੇ ਵਿੱਚ ਇਹ ਕੋਈ ਅੰਮ੍ਰਿਤ ਹੈ, ਇਹ ਤਾਂ ਗੰਦਾ ਪਾਣੀ ਹੈ। ਇਹ ਤੇ ਗੰਦਾ ਪਾਣੀ ਹੈ। 42 ਲੱਖ ਜੀ ਜਲ ਮੈਂ ਹੋਤੇ, ਬੀਠਲ ਭੈਲਾ ਕਾਏ ਕਰੋਂ। ਸਤਲੁਜ ਦਰਿਆ ਦੇ ਵਿੱਚੋਂ ਜਿਹੜਾ 10ਵੇਂ ਪਾਤਸ਼ਾਹ ਨੇ ਜਲ ਲਿਆ ਸੀ, ਉਹ ਵੀ ਧਰਤੀ ਦੇ 42 ਲੱਖ ਜੀਵਾਂ ਦੀ ਟਚਿੰਗ ਤੋਂ ਬਾਅਦ ਬਾਹਰ ਆਇਆ। ਭਾਵੇਂ ਫਿਲਟਰ ਕਰ ਲਿਆ ਜਾਏ, ਮਾਈਕਰੋਸਕੋਪ ਦੇ ਨਾਲ ਦੇਖ ਲਿਓ ਪਾਣੀ ਨੂੰ, ਜਾਂ ਹੋਰ ਤਰੀਕਿਆਂ ਦੇ ਨਾਲ ਦੇਖ ਲਿਓ ਪਾਣੀ ਨੂੰ, ਉਹਦੇ ਵਿੱਚ ਹੈ ਕੀ ਹੈ, ਬੜਾ ਕੁਛ ਨਿਕਲਦਾ। ਇਸ ਕਰਕੇ ਪਵਿੱਤਰ ਤੇ ਰੱਬ ਦਾ ਨਾਮ ਹੀ ਹੈ। ਉਸ ਜਲ ਦੇ ਵਿੱਚ ਮਹਾਰਾਜ ਜੀ ਨੇ ਨਾਮ ਪਾਇਆ ਸੀ, ਪਤਾਸੇ ਪਾਏ ਸੀ, ਤੇ ਉਸ ਨੂੰ ਅੰਮ੍ਰਿਤ ਦਾ ਨਾਮ ਦੇ ਦਿੱਤਾ ਸੀ। ਜਦੋਂ ਧਿਆਨ ਦੇਣਾ, ਜਦੋਂ ਕੋਈ ਸਤਿਨਾਮ ਦਾ ਜਾਪ ਕਰਦਾ ਹੈ, ਉਹ ਆਮ ਜਲ ਵੀ ਜਿਹੜਾ ਉਹ ਅੰਮ੍ਰਿਤ ਹੋ ਜਾਂਦਾ ਹੈ। ਜਿੱਥੇ ਬਾਬਾ ਪੈਰ ਧਰਦਾ ਹੈ, ਉਹ ਆਮ ਘਰ ਵੀ ਜਿਹੜਾ ਹੈ ਉਹ ਬੇਸਵਾ ਦਾ ਘਰ ਵੀ ਮੰਦਿਰ ਬਣ ਜਾਂਦਾ ਹੈ। ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ, ਕੀ ਕੌਡੇ ਰਾਖਸ਼ ਕੀ ਸੱਜਣ ਠੱਗ ਦੀ ਹਵੇਲੀ 'ਚ ਜਿੱਥੇ ਪੈਰ ਬਾਬੇ ਨੇ ਪਾਇਆ, ਉਹ ਆਮ ਜਗ੍ਹਾ ਰਹਿ ਗਈ ਆ। ਉਹ ਤੇ ਤੀਰਥ ਬਣ ਗਏ, ਤੀਰਥ ਬਣ ਗਏ, ਤੀਰਥ ਬਣ ਗਏ। ਤੇ ਭਗਤ ਜੀ ਨੇ ਉਹ ਜਿਹੜਾ ਜਲ ਛਕਾਇਆ, ਜਾਂ ਅੰਮ੍ਰਿਤ ਕਹਿ ਦਈਏ ਛਕਾਇਆ, ਇਸ ਰਾਜੇ ਨੇ ਆਪਣੇ ਕੁੜਤੇ ਦੀਆਂ ਬਾਹਾਂ ਵਿੱਚ ਇਹਨੂੰ ਸੁੱਟ ਦਿੱਤਾ, ਮਤਲਬ ਡੋਲ ਲਿਆ, ਤੇ ਇਸ ਨੂੰ ਪੀਤਾ ਜਾਂ ਛਕਿਆ ਨਹੀਂ। ਤੇ ਉਹ ਡੱਬ ਪੈ ਗਏ, ਦਾਗ ਲੱਗ ਗਏ, ਤੇ ਉਸ ਨੂੰ ਧੋਣ ਦੇ ਲਈ ਧੋਬੀ ਨੂੰ ਦੇ ਦਿੱਤਾ। ਕਿਸੇ ਨੇ ਧੋਬੀ ਦੀ ਲੜਕੀ ਲਿਖੀ ਹੈ, ਕਿਸੇ ਨੇ ਧੋਬਣ ਲਿਖਿਆ। ਉਸ ਦਾਗ ਨੂੰ ਮਿਟਾਉਣ ਦੇ ਲਈ ਆਪਣੇ ਮੂੰਹ ਦੇ ਵਿੱਚ ਪਾ ਕੇ ਜਦੋਂ ਚਿੱਥਿਆ, ਤੇ ਉਸ ਨੂੰ ਬ੍ਰਹਮ ਗਿਆਨ ਹੋ ਗਿਆ, ਤੇ ਉਸ ਦੀ ਚਰਚਾ ਸਾਰੇ ਪਾਸੇ ਹੋ ਗਈ। ਇੱਕ ਧੋਬਣ ਜਿਹੜੀ ਹੈ ਉਹ
रूहानीयत दीयां गल्लां अगम्मी बचन कर रही है। ये बरकत कित्थों आई? राजे पीपे नूं पता लग्या, चतौड़ दे राजे नूं। ये मुड़ दौड़ा दौड़ा गया भगत जी कोल, मेरे कोलों गलती हो गई, मैनू मुड़ ये छका दिओ। महाराज जी कहंदे ये ते गंदा पानी है। नहीं नहीं जी, माफ़ी दे दिओ, गलती हो गई, मैं घिरना कर लई, मैं घिरना कर ली याद करके, मैं घिरना कर ली गंदे पानी करके। ध्यान देना, बीमार बंदे नूं जो देसी हकीम औषधि देंदे है ना, जहर दी भी दवाई बना के दे देंदे, उहदे नाल जीवन मिल जाता है। कई जानवरां नूं मार के उहदियां औषधियां बना के भी सानू ओलियोपैथिक जिहड़ी आ कहंदे पता नहीं दवाई ते जां दूजी कहंदे ने आयुर्वैदिक, इहदे विच भी इस्तेमाल हो के कई जानवरां दीयां चीज़ां जां उहनां दे बॉडी पार्ट्स ते दवाइयां बनदियां ने, ते ओह असीं लैंदे हां ते सानू जीवन मिलदा है। ओह असीं बड़े हस के खुश हो के लैंदे हां, सानू जीवन मिलदा है। पर ओह चीज़ तो नफरत। ते भगत जी कहंदे बस ਉਹ ਤੇ ਸਾਡੇ ਵੱਲੋਂ ਇੱਕ ਤੈਨੂੰ ਸਮਾਂ ਹੀ ਸੀ, ਉਹ ਬਖਸ਼ਿਸ਼ ਦੇਣੀ ਸੀ, ਹੁਣ ਤੂੰ ਖੁਦ ਕਮਾਈ ਕਰ ਰਾਜਾ, ਖੁਦ ਕਮਾਈ ਕਰ। ਕਹਿੰਦੇ ਫਿਰ ਉਸ ਰਾਜੇ ਨੂੰ ਇੰਨੀ ਠੋਕਰ ਲੱਗੀ, ਉਹ ਰਾਜਾ ਪੀਪਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭਗਤ ਪੀਪਾ ਕਰਕੇ ਆ ਗਿਆ। देख लो, रविदास महाराज जी तो इंप्रैस हो के भगत बाणी भगत पीपे दी, इस विच राजा पीपा भगत पीपा बन गया। सत संगत मिल रही है माधो जैसे मधुप मखीरा। इस करके सियाणे कहते ने जात ना पूछिए साधगी, पूछ लीजिए ज्ञान। ज्ञान देखो कितों मिलता है। सोहनी चीज़ कोई फेरी वाला ही बेचता होवे ना, उहदे कोल लै लैनी चाहिए। शोरूम वाले तो ठगदे ने, ठग लैंदे ने, बड़े खर्चे चाढ़दे ने। चंगी चीज़ चंगी वस्तु, गुरु नानक महाराज का हुक्म है, गुना का होवे वसला कड़वास लीजै, जे गुण होवन साजना मिल सांझ करीजै, सांझ करीजै गुणे केरी छोड़िया वगन चली है। इस करके किसी का चेहरा नहीं देखीदा, किसी का रंग नहीं देखीदा, उहदे अंदर की है वह देखीदा है। किसी की जात नहीं देखी दी, किसी की उम्र नहीं देखी दी। ध्रुव की उम्र 5 साल की है, गुरु हरकृष्ण महाराज की उम्र थोड़ी 5 साल की है, गुरु है, उम्र नहीं देखी दी। ज्ञान नूं महाराज जी कहते देखना, ज्ञान ज्ञान उम्र का, जात का, धर्म का, कौम का, किसी फिरके का मोहताज नहीं। भी ज्ञानी वही हो सकता है, भी फलाना ही भी जां ब्राह्मण ही ज्ञानी हो सकता है ना। ब्रह्म बिंदे तिसदा ब्रह्मत रहे, एक शब्द लिवलाए। महाराज जी कहते ब्रह्म बिंदे तिसदा ब्रह्मत रहे, एक शब्द लिवलाए। नव निधि 18 सिद्धि पिछे लगियां फिरे, जो है हृदय सदा वसाए। इस करके पहला भी सुन चुके हो, जिस दी सोच वड्डी वो वड्डा हो गया। इस करके जो पंक्ति चल रही सी अज दे शब्द की लास्ट, उहदे मुताबक साध दी धूर, साध दी संगत जिहड़ी है सत्संग जी तार दी है। इस करके महाराज जी कहते कदी भी अपनी अकल का, जो अज शब्द पढ़िया उहदे विच सुगड़ चतुर सियाणा, ये पहली पंक्ति में शब्द आया सी, कौन है सुगड़ चतुर सियाणा। इस तरह बनने लई महाराज जी कहते तेनों ये चीज़ छड्डनी पेगी, अपनी अकल, अपनी जो भी विद्या संसार की, चाहे ज्ञान रूपी विद्या, चाहे कोई भी दुनिया में तेरे को नुकता है, कोई भी पावर है, कोई भी चीज़ है, उसनों तू महाराज जी कहते एक साइड ते रखना। ते खास करके अपने उच्चे होने का मान कदी ना करनी, अपनी जात का मान कदी ना करी, अपनी कौम का मान कदी ना करी। मतलब इत्थे मान की गल हंकार, भाव हंकार तो है। हंकार ना करी, मैं वड्डा ते दूजा नीवा, जिस तरह करेगा ते भगत जी की आपां साखी सुनी है, बहुत दूर चला जाएगा। क्योंकि बाणी विच लिखिया, जात का गर्भ ना करियो कोई, ब्रह्म बिंदे सो ब्राह्मण होई। जो ब्रह्म दे नाल जुड़दा है वो ब्राह्मण है, ना कि जात करके कोई ब्राह्मण है। जिस दे कोल ज्ञान है ना वो ब्राह्मण है, जिस दे कोल बंदगी है ना वो असल दे विच पंडित है। किवें
ਬਾਣੀ ਦੇ ਵਿੱਚ ਲਿਖਿਆ, ਸੋ ਪੰਡਤ ਸੁਖਨੀ ਸਾਹਿਬ, ਸੋ ਪੰਡਤ ਜੋ ਮਨ ਪ੍ਰਬੋਧੇ RAM ਨਾਮ ਆਤਮ ਮੈਂ ਸੋਧੇ। RAM ਨਾਮ ਸਾਰ ਰਸ ਪੀਵੇ ਉਸ ਪੰਡਤ ਕੈ। ਤੇ ਹੁਣ ਅਸੀਂ ਕੋਈ ਪੰਡਤ ਹੀ ਲਾਣਾ ਥੋੜੋ ਆ ਵੀ ਅਸੀਂ ਪੰਡਤ ਗੁਰਦੁਆਰੇ 'ਚ ਬੈਠੇ ਆ। ਪੰਡਤ ਮਤਲਬ ਗਿਆਨੀ ਤੇ ਵਿਦਵਾਨ ਨੂੰ ਆਖਿਆ ਸੁਖਨੀ ਸਾਹਿਬ ਦੇ ਵਿੱਚ। ਸੋ ਪੰਡਤ ਜੋ ਮਨ ਪ੍ਰਬੁੱਧ ਹੈ, RAM ਨਾਮ ਆਤਮ ਮੈਂ ਸੋਧੇ, RAM ਨਾਮ ਸਾਰਾ ਰਸ ਪੀਵੇ ਉਸ ਪੰਡਤ ਕੇ ਉਹਦੇ ਜਗ ਜੀਵੇ। ਮਤਲਬ ਉਹ ਗਿਆਨੀ ਹੈ, ਕਿਸੇ ਵੀ ਜ਼ਾਤ ਦਾ ਹੋਵੇ, ਉਹ ਵਿਦਵਾਨ ਹੈ। ਇਸ ਕਰਕੇ ਬ੍ਰਹਮ ਬਿੰਦੇ, ਜੋ ਬ੍ਰਹਮ ਨੂੰ ਜਾਣਦਾ ਹੈ, ਜੋ ਬ੍ਰਹਮ ਦੀ ਜਾਣਕਾਰੀ ਰੱਖਦਾ ਹੈ, ਜੋ ਬ੍ਰਹਮ ਵਿੱਚ ਅਭੇਦ ਹੈ, ਅਸਲ ਦੇ ਵਿੱਚ ਬ੍ਰਾਹਮਣ ਉਹ ਹੈ। ਮਹਾਰਾਜ ਜੀ ਕਹਿੰਦੇ, ਜੇ ਕੋਈ ਜਾਤ ਦਾ ਗਰਵ ਕਰਦਾ, ਜਾਤ ਕਾ ਗਰਭ ਕਰ ਮੂਰਖ ਗਵਾਰਾ। ਉਹ ਮੂਰਖ ਹੈ, ਇਸ ਗਰਭ ਤੇ ਚੱਲੇ ਬਹੁਤ ਵਿਕਾਰਾ। ਇਸ ਹੰਕਾਰ ਦੇ ਵਿੱਚ, ਇਸ ਗਰਭ ਦੇ ਵਿੱਚ ਮਹਾਰਾਜ ਜੀ ਕਹਿੰਦੇ ਤੇਰੇ ਅੰਦਰ ਵਿਕਾਰ ਜਨਮ ਲੈਣਗੇ। ਜਾਤ ਦਾ ਅਭਿਮਾਨੀ ਬੰਦਾ, ਗੁਰੂ ਮਹਾਰਾਜ ਜੀ ਕਹਿੰਦੇ ਇਹ ਮੂਰਖ ਹੋ ਜਾਂਦਾ ਹੈ ਔਰ ਇਸ ਗਰਭ ਤੇ ਚੱਲੇ ਬਹੁਤ ਵਿਕਾਰਾ। ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਸੁਣੋ, ਮੈਂ ਤੁਹਾਨੂੰ ਸੁਣਾਉਣਾ। ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ, ਨਾਨਕ ਤਿਨਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ। ਅੱਜ ਵੀ ਮਰਾਸੀ ਬੰਦੇ ਨੂੰ, ਚਾਹੇ ਮੈਂ ਆ ਚਾਹੇ ਤੁਸੀਂ ਆ, ਇਕੱਠੇ ਆਪਣੇ ਡਾਈਨਿੰਗ ਟੇਬਲ ਤੇ ਰੋਟੀ ਨਹੀਂ ਖਵਾ ਸਕਦੇ। ਜੇ ਕੋਈ ਹੈ ਤੇ ਉਹਦੇ ਚਰਨਾਂ ਵਿੱਚ ਨਮਸਕਾਰ ਹੈ। ਜਿਹੜਾ ਬਰਾਬਰ ਭਾਉਂਦਾ ਹੈ ਨਾ, ਦੂਜੇ ਨੂੰ ਬਰਾਬਰ ਭਾਉਂਦਾ ਹੈ ਨਾ, ਗੁਰੂ ਨਾਨਕ ਮਹਾਰਾਜ ਜੀ ਨੇ ਮਰਾਸੀ ਨੂੰ ਨਾਲ ਬਰਾਬਰ ਰੱਖਿਆ, ਉਹਨੂੰ ਕਲਾਵੇ ਚ ਲਿਆ। ਕਿਹਨੂੰ? ਭਾਈ ਮਰਦਾਨੇ ਨੂੰ। ਜੇ ਗੁਰੂ ਨਾਨਕ ਸਾਨੂੰ ਇੰਨੇ ਸਾਲ, ਲਗਭਗ 50 ਈਅਰ ਓਲਡ ਨਾਲ ਰਹਿ ਗਏ, ਐਡਾ ਵੱਡਾ ਮੈਸੇਜ ਗੁਰੂ ਨਾਨਕ ਸਾਨੂੰ ਦੇ ਗਏ ਵੀ ਨਫ਼ਰਤ ਨਹੀਂ ਕਰਨੀ, ਨੀਵਿਆਂ ਨਾਲ ਨਫ਼ਰਤ ਨਹੀਂ ਕਰਨੀ। ਜੇ ਕੋਈ ਕਰੇਗਾ ਤੇ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ, ਨਾਨਕ ਤਿਨਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ। ਮੇਰੀ ਕਿਸੇ ਦੇ ਨਾਲ ਕੋਈ ਐਸੀ ਗੱਲਬਾਤ ਨਹੀਂ, ਕਿਉਂਕਿ ਮੈਂ ਤੇ ਖੁਦ ਨੀਚ ਹਾਂ। ਗੁਰੂ ਨਾਨਕ ਮਹਾਰਾਜ ਜੀ ਨੀਚ ਨਹੀਂ, ਪਰ ਉਹ ਸਾਨੂੰ ਦੱਸਣ ਲਈ ਕਹਿੰਦੇ, ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ। ਇਸ ਕਲਯੁਗ ਦੇ ਵਿੱਚ ਵੱਡਾ ਬੰਦਾ ਪਤਾ ਕੌਣ ਹੈ? ਆਪਸ ਕੋ ਜੋ ਜਾਣੈ ਨੀਚਾ ਸੋ ਗਣੀਐ ਸਭ ਤੇ ਉੱਚਾ। ਜੇ ਦਿਲਾਂ ਤੇ ਰਾਜ ਕਰਨਾ ਨਾ ਕਿਸੇ ਬੰਦੇ ਨੇ, ਮੈਂ ਤੇ ਆ ਜਿਹੜੇ ਰਾਜਨੀਤਿਕ ਲੀਡਰ ਇਹਨਾਂ ਤੋਂ ਬਹੁਤ ਕੁਝ ਸਿੱਖਦਾ। ਜਿਹੜੇ ਇੰਨੇ 10-10, 20-20 ਸਾਲ ਰਾਜ ਕਰ ਦਿੰਦੇ ਨੇ, ਉਹਨਾਂ ਦੇ ਵਿੱਚ ਉਹ ਸਾਰੀਆਂ ਕੌਮਾਂ ਨੂੰ ਇਕੱਠਿਆਂ ਲੈ ਕੇ ਤੁਰਦੇ ਨੇ। ਭਾਵੇਂ ਉਹਨਾਂ ਦੀ ਮਨਸ਼ਾ ਰਾਜ ਕਰਨ ਦੀ ਹੈ, ਕੋਈ ਗੱਲ ਨਹੀਂ, ਸਾਡੀ ਵੀ ਦੀ ਮਨਸ਼ਾ ਹੋ ਹੀ ਸਕਦਾ, ਵਡਿਆਈ ਦੀ ਹੋਵੇ। ਉਹਨਾਂ ਦੀ ਮਨਸ਼ਾ ਜੇ ਰਾਜ ਕਰਨ ਦੀ, ਉਹ ਸਾਰਿਆਂ ਨੂੰ ਨਾਲ ਲੈ ਕੇ ਤੁਰਦੇ ਨੇ, ਸਾਰਿਆਂ ਦੇ ਫੰਕਸ਼ਨਾਂ 'ਚ ਜਾਂਦੇ ਨੇ, ਸਾਰਿਆਂ ਨੂੰ ਇੱਜ਼ਤ ਦਿੰਦੇ ਨੇ, ਸਾਰਿਆਂ ਨੂੰ ਗਰੰਟਾਂ ਦਿੰਦੇ ਨੇ। ਜੇ ਸਿੱਖਣਾ ਹੋਵੇ ਤਾਂ ਰਾਜਨੀਤਿਕ ਪੋਲੀਟੀਕਲ ਬੰਦੇ ਕੋ ਵੀ ਸਿੱਖਿਆ ਜਾ ਸਕਦਾ ਹੈ। ਆਪਸ ਕੋ ਜੋ ਜਾਣੈ ਨੀਚਾ ਸੋ ਗਣੀਏ ਸਭ ਤੇ ਉੱਚਾ। ਜੋ ਆਪਣੇ ਆਪ ਨੂੰ ਨੀਵਾਂ ਸਮਝਦਾ ਤੇ ਫਲ ਨੀਵਿਆਂ ਰੁੱਖਾਂ ਨੂੰ ਅਜ ਤੱਕ ਲੱਗਦੇ ਨੇ। ਸਿੰਬਲ ਤੇ ਐਵੇਂ ਮਾਂ ਨਹੀਂ ਕਰਦਾ, ਉਹਨੂੰ ਨਾ ਫਿਰ ਪੂਰਾ ਡਿੱਗਦਾ ਬੁਰੀ ਤਰ੍ਹਾਂ। ਜਦੋਂ ਹਨੇਰੀ ਆਉਂਦੀ ਨਾ, ਮੋਛਾ ਪੈਂਦਾ ਉਹਦੇ ਵਿੱਚ, ਉੱਚਾ ਜੂ ਹੈ। ਤੇ ਜਿਹੜੇ ਨੀਵੇਂ ਹੁੰਦੇ ਨੇ ਉਹ ਲਿਫਦੇ ਨੇ, ਹਨੇਰੀ ਦੇ ਵਿੱਚ ਲਿਫਦੇ ਨੇ। ਫਿਰ ਜਦ ਝੱਖੜ ਹਨੇਰੀ ਖਤਮ ਹੁੰਦੀ ਹੈ, ਫਿਰ ਮੁੜ ਆਪਣੀ ਜਗ੍ਹਾ ਤੇ ਆ ਜਾਂਦੇ ਨੇ। ਜਿਹੜੇ ਸਿੱਧੇ ਡੰਡੇ ਵਾਂਗੂ ਖੜੇ ਹੁੰਦੇ ਨੇ, ਉਹ ਟੁੱਟੇ ਦਿਖਦੇ ਨੇ। ਸਫੈਦੇ ਬੜੇ ਰਸਤੇ ਵਿੱਚ ਪਏ ਹੁੰਦੇ ਨੇ ਜਦੋਂ ਹਨੇਰੀ ਆਉਂਦੀ ਹੈ। ਕਿਉਂ? ਨਿਵੈ ਸੋ ਗੌਰਾ ਹੋਏ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ, ਆਪਣੇ ਆਪ ਨੂੰ ਨੀਵਾਂ ਸਮਝ, ਕਿਉਂਕਿ ਜਿਸ ਜਗ੍ਹਾ ਤੇ ਤੂੰ ਜਾਣਾ ਹੈ ਨਾ, ਜਿੱਦਣ ਤੇਰਾ ਸਰੀਰ ਮਿੱਟੀ ਬਣਨਾ, ਉਹਦੇ ਤੋਂ ਬਾਅਦ ਤੈਨੂੰ ਨਾ ਲੈ ਕੇ ਜਾਣਾ। ਹੋ ਸਕਦਾ ਭਗਵਾਨ ਤੇ ਲੈ ਕੇ ਜਾਣਾ, ਹੋ ਸਕਦਾ ਤੈਨੂੰ ਕੇਸਾਂ ਤੋਂ ਫੜ ਕੇ ਲੈ ਕੇ ਜਾਣ। ਦੋ ਚੀਜ਼ਾਂ ਨੇ। ਇਹ ਬਾਣੀ ਵਿੱਚ ਲਿਖਿਆ, ਮੈਂ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰਦਾ। ਕਹਿੰਦੇ ਭਗਵਾਨ ਵਿੱਚ ਵੀ ਲੈ ਕੇ ਜਾਂਦੇ ਨੇ ਤੇ ਕੇਸਾਂ ਤੋਂ ਖਿੱਚ ਕੇ ਵੀ ਲੈ ਕੇ ਜਾਂਦੇ ਨੇ। ਭਗਤ ਕਬੀਰ ਜੀ ਕਹਿੰਦੇ ਨੇ, ਕਹੋ ਕਬੀਰ ਤਬ ਹੀ ਨਰ ਜਾਗੇ, ਜਮ ਕਾ ਡੰਡ ਮੂੰਡ ਮੈਂ ਲੱਗ ਗਿਆ। ਸਾਡਾ ਉੱਪਰਲਾ ਹਿੱਸਾ ਜਦੋਂ ਫੜ ਗਏ ਤੈਨੂੰ, ਕੇਸ ਗਹਿ ਪਟਕੈ, ਕਹਿੰਦੇ ਪਟਕ ਕੇ ਮਾਰਨਾ। ਇਹ ਬਾਣੀ ਵਿੱਚ ਲਿਖਿਆ, ਕੇਸ ਗਹਿ ਪਟਕੈ, ਤੈਨੂੰ ਇਸ ਤਰ੍ਹਾਂ ਖਿੱਚ ਕੇ ਲੈ ਕੇ ਜਾਣਗੇ, ਜਮ ਇਸ ਤਰ੍ਹਾਂ ਖਿੱਚ ਕੇ ਲੈ ਕੇ ਜਾਣਗੇ। ਤੇ ਜੇ ਤੂੰ ਅਭਿਆਸੀ ਹੈ, ਜੇ ਤੂੰ ਨੀਵਾਂ ਹੈ, ਜੇ ਤੂੰ ਪਰਉਪਕਾਰੀ ਹੈ, ਫਿਰ ਤੈਨੂੰ ਭਗਵਾਨ ਵਿੱਚ ਬੈਠ ਕੇ ਲੈ ਕੇ ਜਾਣਗੇ, ਜਿਵੇਂ ਰਾਜੇ ਜਨਕ ਨੂੰ ਲੈ ਕੇ ਗਏ ਸੀ।
ਤੇ ਉਹਨੇ ਰਾਹ ਵਿੱਚ ਜਾਂਦਿਆਂ ਜਾਂਦੇ ਵੀ ਨਰਕਾਂ ਦੇ ਕੁੰਡ ਖਾਲੀ ਕਰ ਦਿੱਤੇ ਸੀ। ਕਿਉਂ? ਬਾਣੀ ਨੇ ਸਟੈਂਪ ਲਾ ਦਿੱਤੀ ਆਖਰੀ ਪੰਕਤੀ, ਅੱਗੇ ਜਾਤ ਨਾ ਜੋਰ ਹੈ ਅੱਗੇ ਜਿਉ ਨਵੈ ਜਿਨਕੀ ਲਿਖੇ ਪੱਤ ਪਵੇ ਚੰਗੇ ਸੀ ਕੇ। ਇੱਕ ਦਿਨ ਮੈਨੂੰ ਫੇਸਬੁੱਕ ਦੇ ਵਿੱਚ ਕਮੈਂਟ ਆਇਆ ਕਿਸੇ ਕਵੀ ਦਾ, ਕਹਿੰਦਾ ਤੁਹਾਡੀ ਜਾਤ ਕੀ ਹੈ? ਮੈਂ ਕਿਹਾ ਬੱਲੇ ਵੀ ਸ਼ਾਵਾ, ਮੈਂ ਤੇਰੀਆਂ ਕਵਿਤਾ ਤੋਂ ਬੜਾ ਇੰਪ੍ਰੈਸ ਸੀ, ਚੱਲ ਹੁਣ ਤੂੰ ਜਵਾਬ ਮੇਰੇ ਕੋਲ ਲੈ ਲੈ। ਕਿਸੇ ਬੰਦੇ ਨੂੰ ਪੁੱਛਿਆ ਜਾਵੇ, ਉਹਦੇ ਬਾਰੇ ਸਾਰੀ ਜਾਣਕਾਰੀ ਹੋਵੇ, ਮਤਲਬ ਤੁਸੀਂ ਮੈਨੂੰ ਜਾਣਦੇ ਹੋ, ਮੈਂ ਤੁਹਾਨੂੰ ਜਾਣਦਾ, ਅਸੀਂ ਉਹਨੂੰ ਪੁੱਛੀਏ ਤੇਰਾ ਪਿਓ ਕਿਹੜਾ ਹੈ, ਉਹਨੂੰ ਗਾਲ ਹੈ, ਸਾਨੂੰ ਨਹੀਂ ਪਤਾ ਅਸੀਂ ਕਿਹਦੇ ਪੁੱਤਰ ਹਾਂ, ਸਾਡਾ ਪਿਤਾ ਕੀ ਲਿਖਿਆ, ਕਿਸੇ ਨੇ ਪੜ੍ਹਿਆ? ਸਾਡਾ ਪਿਤਾ ਗੁਰੂ ਗੋਬਿੰਦ ਸਿੰਘ। ਮੈਂ ਉਹਨੂੰ ਲਿਖ ਕੇ ਦੱਸਿਆ। ਮੈਂ ਕਿਹਾ ਜਾਤ ਦੀ ਗੱਲ ਤੇ ਬਾਅਦ ਚ ਕਰਦੇ ਹਾਂ, ਪਹਿਲਾਂ ਸੱਜਣਾ ਤੂੰ ਮੇਰੀ ਗੱਲ ਸੁਣ ਲੈ, ਤੂੰ ਕਵੀ ਹੈ, ਮੈਂ ਗੁਰੂ ਨਾਨਕ ਘਰ ਦਾ ਕੁੱਕਰ। ਸੁਣ, ਮੈਂ ਕਿਹਾ ਮੇਰਾ ਪਿਓ ਗੁਰੂ ਗੋਬਿੰਦ ਸਿੰਘ, ਮੇਰੀ ਮਾਤਾ ਸਾਹਿਬ ਕੌਰ, ਤੇ ਮੈਂ ਜੰਮਿਆ ਕੇਸਗੜ੍ਹ ਦੀ ਧਰਤੀ ਤੋਂ, ਤੇ ਆਨੰਦਪੁਰ ਦਾ ਮੈਂ ਵਾਸੀ ਹਾਂ, ਹੁਣ ਜਾਤ ਤੂੰ ਤੈਅ ਕਰ ਲਾ। ਉਹ ਤੇ ਭਾਈ ਸਾਹਿਬ ਤੁਹਾਡੀ ਗੱਲ ਠੀਕ ਹੈ, ਪਰ ਮੈਂ ਕਿਹਾ ਜਿਸ ਚੀਜ਼ ਨੂੰ ਪਰ ਲੱਗ ਜਾਣ ਨਾ, ਉਹ ਚੀਜ਼ ਰਹਿੰਦੀ ਨਹੀਂ, ਉੱਡ ਜਾਂਦੀ ਹੈ। ਉਹ ਅੱਜ ਹੁਣ ਮੇਰੇ ਨਾਲ ਕੰਟੈਕਟ ਕਰਦਾ ਹੈ, ਮਤਲਬ ਸ਼ਰਮਸਾਰ ਹੋਇਆ ਵੀ ਜੇ ਕੋਈ ਵਿਦਵਾਨ ਹੈ ਉਸ ਨੂੰ ਸੋਚ ਕੇ, ਜੇ ਕੋਈ ਸਿਆਣਾ ਦਾਨਾ ਬੰਦਾ ਹੈ ਉਹਨੂੰ ਸੋਚ ਕੇ ਗੱਲ ਕਰਨੀ ਚਾਹੀਦੀ ਹੈ ਵੀ ਅੱਗਿਓਂ ਜਵਾਬ ਇੱਦਾਂ ਦਾ ਮਿਲ ਗਿਆ ਤਾਂ ਮੇਰੀ ਇੱਜ਼ਤ ਨਹੀਂ ਰਹੇਗੀ। ਇਸ ਕਰਕੇ ਜੋ ਕਿਸੇ ਦੀ ਜ਼ਾਤ ਪੁੱਛਦਾ, ਸੁਣਾਈਏ ਪੰਕਤੀ ਇੱਕ ਬਾਣੀ ਦੀ, ਜੋ ਸਿੱਖਣ ਕੀ ਪੂਛਤ ਜਾਤ, ਉਹ ਸਿੱਖ ਨੂੰ ਤੇ ਇੱਕ ਮਾਲਾ ਬਣਾਇਆ ਸੀ, ਜਿਹੜਾ ਸਿੱਖ ਹੋ ਕੇ ਸਿੱਖ ਦੀ ਜਾਤ ਪੁੱਛਦਾ, ਜੋ ਸਿੱਖਣ ਕੀ ਪੂਛਤ ਜਾਤ, ਉਹ ਨਹੀਂ ਸਿੱਖ ਮੇਰਾ ਆਦ ਜੁਗਾਦ। ਮਾਰੇ ਕਹਿੰਦੇ ਮੇਰਾ ਕੋਈ ਸਿੱਖ ਨਹੀਂ, ਨੱਤ ਕੱਟ, ਮੈਂ ਤੇਰਾ ਅੰਗਰੇਟੀ ਨੂੰ ਵੀ ਬੇਟਾ ਬਣਾਇਆ ਬਈ, ਕੱਲ ਤੂੰ ਕਹੇਗਾ ਵੀ ਇਹਨੂੰ ਸਾਡੇ ਘਰ ਦਾ ਪਾਰਟਨਰ ਬਣਾ ਲਿਆ, ਬਰਾਬਰ ਬਿਠਾਤਾ। ਉਸ ਗੁਰੂ ਅਰਜਨ ਦੇਵ ਜੀ ਦੇ ਭਗਤ ਰਵਿਦਾਸ ਨੂੰ ਵੀ ਕਲਾਵੇ ਵਿੱਚ ਲੈ ਕੇ ਸਦੀਵੀ 40+ ਸਿੱਖ, ਉਹ ਸ਼ਬਦ ਸਾਰੇ ਅੰਕਿਤ ਕਰ ਦਿੱਤੇ ਨੇ ਮਹਾਰਾਜ ਜੀ ਨੇ, ਆਪਣਾ ਬਣਾ ਕੇ ਮਹਾਰਾਜ ਜੀ ਨੇ ਸਦੀਵੀ ਅਮਰ ਕਰ ਦਿੱਤਾ। ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਜ਼ਰੂਰੀ ਨੇ ਸਮਝਣੀਆਂ, ਸਾਧ ਸੰਗਤ ਜੀ, ਬਹੁਤ ਜ਼ਰੂਰੀ ਨੇ ਸਮਝਣੀਆਂ। ਜਿਹਦੀ ਮੱਤ ਵੱਡੀ ਹੋ ਗਈ ਨਾ, ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ, ਉਹ ਵੱਡਾ ਬਣਦਾ ਹੈ, ਗੁਣ ਕਰਕੇ ਵੱਡਾ ਹੁੰਦਾ ਹੈ। ਅੱਜ ਦੇ ਯੁੱਗ ਦੇ ਵਿੱਚ ਵੀ ਕੋਈ ਰਿਸਰਚ ਕਰੇ, ਕੋਈ ਪੜ੍ਹਾਈ ਕਰ ਜਾਵੇ, ਕੋਈ ਐਜੂਕੇਸ਼ਨ ਦੇ ਲੈਵਲ ਨੂੰ ਪਾਰ ਕਰ ਜਾਏ, IPS IAS ਦੇਖ ਲਿਓ ਜਾ ਕੇ, ਲੋਕੀ ਨਮਸਕਾਰਾਂ ਕਰਦੇ ਨੇ, ਸਲੂਟ ਮਾਰਦੇ ਨੇ, ਬਰਗੇਡੀਅਰ ਸਾਹਿਬ, ਜਨਰਲ ਸਾਹਿਬ। ਕਿਉਂ? ਕਿਉਂਕਿ ਗੱਲ ਹੈ ਯੋਗਤਾ ਦੀ, ਜਿਸ ਵਿੱਚ ਯੋਗਤਾ ਸੀ ਉਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲੈ ਆਏ, ਪਾਰਖੂ ਲੈ ਆਏ। ਕਿਉਂਕਿ ਜੇ ਹੀਰੇ ਨੂੰ ਨਾ ਚਿੱਕੜ ਦੇ ਵਿੱਚ ਸੁੱਟ ਦਿੱਤਾ ਜਾਏ, ਉਹਦੀ ਕੀਮਤ ਘਟ ਜਾਂਦੀ ਹੈ, ਉਹਦੀ ਕੀਮਤ ਨਹੀਂ ਘਟਦੀ। ਦੇਖਣ ਵਾਲੇ ਦਾ ਨਜ਼ਰੀਆ ਵੱਖਰਾ ਹੈ, ਉਹ ਹੀਰੇ ਨੇ ਹੀਰਾ ਹੀ ਰਹਿਣਾ। ਮਹਾਰਾਜ ਜੀ ਕਹਿੰਦੇ ਜਿਉਂ ਕਰ ਮੈਲ, ਭਾਈ ਗੁਰਦਾਸ ਜੀ ਕਹਿੰਦੇ ਜਿਉਂ ਕਰ ਮੈਲੇ ਚੀਥੜੇ, ਹੀਰਾ ਲਾਲ ਮੋਲ ਪਲੇਟਾ। ਹੀਰਾ ਤੇ ਹੀਰਾ ਹੀ ਹੈ, ਫਿਰ ਉਸ ਹੀਰੇ ਨੂੰ ਸਾਂਭਣਾ ਸੌਖਾ ਨਹੀਂ ਹੈ। ਉਹ ਸਾਡੇ ਗੁਰੂ ਪਾਤਸ਼ਾਹ ਨੇ ਸਮਝਿਆ, ਉਹ ਸਾਡੇ ਗੁਰੂ ਨਾਨਕ ਮਹਾਰਾਜ ਜੀ ਨੇ ਉਸ ਹੀਰਿਆਂ ਨੂੰ ਸਾਂਭਿਆ। ਉਹਨਾਂ ਨੇ ਬਾਣੀ ਇਕੱਤਰ ਕੀਤੀ ਭਗਤ ਕਬੀਰ ਵਰਗਿਆਂ ਦੀ, ਤੇ ਔਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਰਿਆਂ ਦੀ ਬਾਣੀ ਇਕੱਤਰ ਕੀਤੀ। ਹੀਰਿਆਂ ਦੀ ਸਮਝ ਜੌਹਰੀ ਨੂੰ ਹੁੰਦੀ ਹੈ, ਕੁਆੜੀਆਂ ਨੂੰ ਨਹੀਂ। ਹਰ ਹੀਰਾ ਜਨ ਜੌਹਰੀ। ਸੋ ਇਸ ਕਰਕੇ ਸਾਧ ਸੰਗਤ ਜੀ, ਭਗਤ ਜਨਾ ਹਰ ਮਾਂ ਪਿਓ ਬੇਟਾ, ਕੋਈ ਵੀ ਭਗਤ ਹੈ ਉਹ ਰੱਬ ਦਾ ਬੇਟਾ ਤੇ ਪੁੱਤਰ ਹੈ। ਸੋ ਇਹ ਸੀ ਅੱਜ ਦੇ ਸ਼ਬਦ ਦੀ ਵਿਚਾਰ, ਨਾਲ ਹੀ ਭਗਤ ਰਵਿਦਾਸ ਜੀ ਦੀ ਬੜੀ ਪਿਆਰੀ ਸਿਫਤ ਮਹਾਰਾਜ ਜੀ ਨੇ ਬਖਸ਼ੀ ਹੈ। ਕੱਲ੍ਹ ਨੂੰ ਭਗਤ ਰਵਿਦਾਸ ਦਾ ਪ੍ਰਕਾਸ਼ ਦਿਹਾੜਾ ਹੈ, ਔਰ ਕੱਲ੍ਹ ਵੀ ਉਹਨਾਂ ਦੇ ਜੀਵਨ ਬਾਰੇ ਜਾਂ ਉਹਨਾਂ ਦੀ ਬਾਣੀ ਵਿੱਚ ਐਡੇ ਵੱਡੇ ਮੈਸੇਜ ਨੇ ਵੀ ਜਦੋਂ ਪੜ੍ਹੀ ਦੇ ਤੇ ਹੈਰਾਨ ਹੋਈਦਾ। ਉਹ ਬਾਣੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਇੰਨੀ ਸੇਵਾ ਪ੍ਰਵਾਨ ਗੁਰੂ ਮਹਾਰਾਜ ਜੀ ਤੁਹਾਨੂੰ ਖੁਸ਼ੀਆਂ ਦੇਣ, ਤੁਹਾਡੇ ਬੱਚਿਆਂ ਦੇ ਕਾਰਜ ਰਾਸ ਕਰਨ, ਤੁਹਾਡੇ ਬੱਚਿਆਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰਨ, ਔਰ ਜੀਵਨ ਦੇ ਵਿੱਚ ਖੁਸ਼ਹਾਲੀ ਲਿਆਉਣ। ਜੋ ਤੁਸੀਂ ਗੁਰੂ ਦੀ ਇੰਨੀ ਸਿਫਤ ਸੁਣਦੇ ਹੋ, ਤੁਹਾਡਾ ਰੱਬ ਭਲਾ ਕਰੇ, ਇਹ ਅੰਦਰੋਂ ਅਰਦਾਸ ਕਰਦੇ ਹਾਂ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।